ਨਮਸਕਾਰ ਦੋਸਤੋ, ਤੁਹਾਡੇ ਆਪਣੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ਼ਨ ਕਰਨ ਜਾ ਰਹੇ ਹਾਂਗੇ ਸ਼ਾਰਟ ਸਰਕਟ ਟੈਸਟ, ਜਿਹੜਾ ਕਿ ਅਸੀਂ ਟਰਾਂਸਫਾਰਮਰ ਦੇ ਉੱਪਰ ਕਰਦੇ ਹਾਂ। ਇਹ ਟੈਸਟ ਦੇ ਕੀ ਫਾਇਦੇ ਨੇਗੇ, ਕੀ ਇਹਦੇ ਰਿਜ਼ਲਟਸ ਆਉਂਦੇ ਨੇਗੇ, ਇਹ ਟੈਸਟ ਕੀ ਫਾਈਂਡ ਕਰਨ ਦੇ ਵਿੱਚ ਹੈਲਪ ਕਰਦਾ, ਇਹਨਾਂ ਸਾਰੇ ਕੁਐਸਚਨਸ ਦਾ ਜਵਾਬ ਆਪਾਂ ਇਸ ਵੀਡੀਓ ਦੇ ਵਿੱਚ ਲੱਭਾਂਗੇ। ਪਿਛਲੀ ਵੀਡੀਓ ਹੈਗੀ ਜਿਹੜੀ ਸਾਡੀ, ਉਹ ਓਪਨ ਸਰਕਟ ਟੈਸਟ ਦੇ ਉੱਪਰ ਬਣੀ ਸੀਗੀ, ਜਿਹਦੇ ਵਿੱਚ ਅਸੀਂ ਸਿੱਖਿਆ ਸੀਗਾ ਕਿ ਜਿਹੜਾ ਓਪਨ ਸਰਕਟ ਟੈਸਟ ਹੁੰਦਾ ਗਾ ਸਾਡਾ, ਓਪਨ ਸਰਕਟ ਟੈਸਟ ਸੈਕੰਡਰੀ ਸਾਈਡ ਨੂੰ ਅਸੀਂ ਓਪਨ ਕਰ ਦਿਆਂਗੇ ਅਤੇ ਰੇਟਡ ਵੋਲਟੇਜ ਅਤੇ ਰੇਟਡ ਅਸੀਂ ਫ੍ਰੀਕੁਐਂਸੀ ਦਿੰਦੇ ਆਂਗੇ। ਕਾਹਦੇ ਵਾਸਤੇ ਯੂਜ਼ ਕਰਦੇ ਹਾਂ? ਪਹਿਲਾਂ ਤਾਂ ਅਸੀਂ ਕੋਰ ਲਾਸ ਸਾਨੂੰ ਪਤਾ ਲੱਗਦੇ ਹੈਗੇ, ਪਲੱਸ ਜਿਹੜੇ ਕੋਰ ਦੇ ਕੰਪੋਨੈਂਟਸ ਹੁੰਦੇ ਹੈਗੇ, ਜਿਵੇਂ ਕਿ ਮੈਗਨੇਟਾਈਜ਼ਿੰਗ ਕਰੰਟ ਹੋ ਗਿਆ, ਵਰਕਿੰਗ ਕਰੰਟ ਹੋ ਗਿਆ, ਕੋਰ ਦੀ ਪਰਮੇਬਿਲਿਟੀ ਹੋ ਗਈ, ਕੋਰ ਦੀ ਰਜਿਸਟੈਂਸ ਹੋ ਗਈ, ਇਹਨਾਂ ਸਾਰਿਆਂ ਦੇ ਬਾਰੇ ਸਾਨੂੰ ਪਤਾ ਲੱਗਦਾ ਗਾ। ਅਸੀਂ ਪੜ੍ਹਿਆ ਸੀਗਾ ਉੱਥੇ ਵੀ ਜਿਹੜਾ ਇੱਕ ਅਸੀਂ ਵਾਟ ਮੀਟਰ ਯੂਜ਼ ਕਰ ਦਿਆਂਗੇ, ਕਿਉਂਕਿ ਨੋ ਲੋਡ ਦੇ ਉੱਪਰ ਸਾਡੇ ਕੋਲੇ ਜਿਹੜਾ ਪਾਵਰ ਫੈਕਟਰ ਹੁੰਦਾ, ਉਹ ਪਾਵਰ ਫੈਕਟਰ ਬੜਾ ਹੀ ਪੂਅਰ ਹੁੰਦਾ ਹੈਗਾ। ਇਸ ਕਰਕੇ ਜਿਹੜਾ ਵਾਟ ਮੀਟਰ ਯੂਜ਼ ਕਰਾਂਗੇ ਅਸੀਂ, ਉਹ ਕਿਹੜਾ ਯੂਜ਼ ਕਰ ਦਿਆਂਗੇ ਰਾਜੇ? ਉਹ ਲੋ ਪਾਵਰ ਫੈਕਟਰ ਵਾਟ ਮੀਟਰ ਯੂਜ਼ ਕਰ ਦਿਆਂਗੇ। ਹੋਰ ਅਸੀਂ ਕੀ ਪੜ੍ਹਿਆ ਸੀਗਾ? ਇਹ ਮੈਂ ਤੁਹਾਨੂੰ ਤਾਂ ਇਹ ਸਾਰਾ ਕੁਝ ਇੱਥੇ ਦੱਸ ਰਿਹਾ ਗਾ ਤਾਂ ਕਿ ਤੁਸੀਂ ਇਸ ਸਰਕਟ ਦੇ ਨਾਲ ਇਸ ਦੇ ਨਾਲ ਕੰਪੇਅਰ ਕਰ ਸਕੋ, ਜਿਹੜੇ ਮੇਨ ਪੁਆਇੰਟਸ ਨੇਗੇ। ਅਤੇ ਹੋਰ ਉੱਥੇ ਅਸੀਂ ਕੀ ਪੜ੍ਹਿਆ ਸੀਗਾ ਓਪਨ ਸਰਕਟ ਟੈਸਟ ਦੇ ਵਿੱਚ? ਜਿਹਨੇ ਨਹੀਂ ਦੇਖੀ ਵੀਡੀਓ ਦੇਖ ਸਕਦਾ, ਉੱਪਰ ਲਿੰਕ ਆ ਰਿਹਾ ਹੋਏਗਾ। ਹੋਰ ਅਸੀਂ ਕੀ ਪੜ੍ਹਿਆ ਸੀਗਾ? ਇੱਕ ਅਸੀਂ ਗੱਲ ਪੜ੍ਹੀ ਸੀਗੀ ਕਿ ਜਿਹੜਾ ਸਾਡਾ ਓਪਨ ਸਰਕਟ ਟੈਸਟ ਹੈਗਾ, ਓਪਨ ਸਰਕਟ ਟੈਸਟ ਦੋ ਸਾਡੀਆਂ ਵਾਈਂਡਿੰਗਾਂ ਹੁੰਦੀ, ਇੱਕ LV ਵਾਈਂਡਿੰਗ ਹੁੰਦੀ ਹੈ, ਇੱਕ HV ਵਾਈਂਡਿੰਗ ਹੁੰਦੀ ਹੈ। ਕਿਸ ਸਾਈਡ ਪਰਫੋਰਮ ਕੀਤਾ ਜਾਂਦਾ? ਹਮੇਸ਼ਾ LV ਸਾਈਡ ਪਰਫੋਰਮ ਕੀਤਾ ਜਾਂਦਾ। ਮਤਲਬ ਜਿਹੜੇ ਇੰਸਟਰੂਮੈਂਟਸ ਨੇ ਸਾਡੇ, ਐਮੀਟਰ ਹੋ ਗਿਆ, ਵੋਲਟ ਮੀਟਰ ਹੋ ਗਿਆ, ਜਾਂ ਫਿਰ ਵਾਟ ਮੀਟਰ ਹੋ ਗਿਆ, LV ਸਾਈਡ ਅਸੀਂ ਕਨੈਕਟ ਕਰਦੇ ਹਾਂ ਅਤੇ HV ਸਾਈਡ ਨੂੰ ਅਸੀਂ ਕੀ ਕਰਦੇ ਹਾਂਗੇ? ਓਪਨ ਕਰਦੇ ਹਾਂ। ਅਤੇ ਸਾਰੀਆਂ ਜਿਹੜੀਆਂ ਇਹ ਸਾਡੇ ਕੰਸੈਪਟ ਸੀਗੇ, ਸਾਡੇ ਓਪਨ ਸਰਕਟ ਟੈਸਟ ਸੀਗੇ। ਅੱਜ ਅਸੀਂ ਸ਼ਾਰਟ ਸਰਕਟ ਟੈਸਟ ਦੀ ਗੱਲ ਕਰਨ ਲੱਗੇ ਹਾਂਗੇ। ਸ਼ਾਰਟ ਸਰਕਟ ਟੈਸਟ ਦੀ ਡਾਇਗਰਾਮ ਤੁਹਾਡੇ ਸਾਹਮਣੇ ਆ ਰਹੀ ਹੋਏਗੀ। ਇਸ ਤੋਂ ਪਹਿਲਾਂ ਇੱਕ ਦੋ ਗੱਲਾਂ ਤੁਸੀਂ ਦੇਖੋ ਰਾਜੇ। ਸ਼ਾਰਟ ਸਰਕਟ ਟੈਸਟ ਦਾ ਲੋਡ ਕੀ ਹੈ? ਸਾਨੂੰ ਕਿਉਂ ਕਰਦੇ ਆਂਗੇ? ਵਾਈ ਸਾਨੂੰ ਟੈਸਟ ਦੀ ਲੋੜ ਕੀ ਆ? ਦੇਖੋ, ਓਪਨ ਦੇ ਵਿੱਚ ਅਸੀਂ ਲੋਡ ਨਹੀਂ ਪਾਇਆ ਸੀਗਾ। ਲੋਡ ਓਪਨ ਜਿਹੜੇ ਸੈਕੰਡਰੀ ਸਾਈਡ ਸੀਗੀ ਸਾਡੀ, ਸੈਕੰਡਰੀ ਵਾਈਂਡਿੰਗ ਸੀਗੀ ਜਿਹੜੀ ਸਾਡੀ, ਸੈਕੰਡਰੀ ਵਾਈਂਡਿੰਗ ਸਾਡੀ ਓਪਨ ਸੀਗੀ, ਹੈ ਨਾ। ਜੇ ਓਪਨ ਸੀਗੇ ਤਾਂ ਮਤਲਬ ਕੋਈ ਵੀ ਨੋ ਲੋਡ ਜਿਹੜਾ ਕਰੰਟ ਸੀਗਾ, ਕੋਈ ਵੀ ਕਰੰਟ ਫਲੋ ਨਹੀਂ ਹੁੰਦਾ ਸੀਗਾ ਸਾਡੇ ਵਾਈਂਡਿੰਗ ਦੇ ਅੰਦਰ। ਜੇ ਵਾਈਂਡਿੰਗ ਦੇ ਅੰਦਰ ਕੋਈ ਕਰੰਟ ਨਹੀਂ ਫਲੋ ਹੁੰਦਾ ਸੀਗਾ, ਉਸ ਕਰੰਟ ਕਰਕੇ ਜਿਹੜੀ ਹੀਟ ਪੈਦਾ ਹੁੰਦੀ ਆ I²R, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਾਪਰ ਲਾਸ, ਉਹ ਕਾਪਰ ਲਾਸ ਅਸੀਂ ਫਾਈਂਡ ਨਹੀਂ ਕਰ ਸਕਦੇ। ਕਾਪਰ ਲਾਸ ਨੂੰ ਫਾਈਂਡ ਕਰਨ ਵਾਸਤੇ ਸਾਨੂੰ ਕੀ ਪਤਾ ਹੋਣਾ ਚਾਹੀਦਾ? ਸਾਨੂੰ ਇੱਧਰਲੀ ਵਾਈਂਡਿੰਗ ਕਾਪਰ ਲਾਸ ਕਦੋਂ ਕਿਸੇ ਟਰਾਂਸਫਾਰਮਰ ਦੇ ਵਿੱਚ ਕਾਪਰ ਲਾਸ, ਫੁੱਲ ਲੋਡ ਕਾਪਰ ਲਾਸ ਕਦੋਂ ਹੋਣਗੇ? ਜਦੋਂ ਸਾਡੀ ਇੱਧਰਲੇ ਵਾਲੀ ਵਾਈਂਡਿੰਗ ਸੈਕੰਡਰੀ ਵਾਈਂਡਿੰਗ ਦੇ ਵਿੱਚ ਵੀ ਰੇਟਡ ਕਰੰਟ ਫਲੋ ਕਰੂਗਾ ਅਤੇ ਪ੍ਰਾਇਮਰੀ ਵਾਈਂਡਿੰਗ ਦੇ ਵਿੱਚ ਵੀ ਰੇਟਡ ਕਰੰਟ ਫਲੋ ਕਰੂਗਾ। ਤਾਂ ਅਸੀਂ ਰੇਟਡ ਕਰੰਟ ਫਲੋ ਕਰਵਾਉਣਾ ਦੋਨੇ ਵਾਈਂਡਿੰਗਸ ਦੇ ਵਿੱਚ, ਰਜਿਸਟੈਂਸ ਉਹਨਾਂ ਦੀ ਫਿਕਸ ਹੁੰਦੀ ਹੈਗੀ। ਤਾਂ I²R ਜਦੋਂ ਅਸੀਂ ਕਰਾਂਗੇ, ਟੋਟਲ ਸਾਡੇ ਕੋਲੇ ਵਾਟੇਜ ਦੇ ਵਿੱਚ ਸਾਡੇ ਕਾਪਰ ਲਾਸ ਆ ਜਾਣਗੇ। ਓਕੇ ਜੀ। ਹੁਣ ਜਦ ਤਾਂ ਅਸੀਂ ਰਜੇ ਐਕਚੁਅਲ ਦੇ ਵਿੱਚ ਇੱਥੇ ਲੋਡ ਪਾਈਏ, ਪਰ ਉਹ ਪੋਸੀਬਲ ਨਹੀਂ ਹੁੰਦਾ। ਜੇ ਮੰਨ ਲਓ ਸਾਡਾ ਟਰਾਂਸਫਾਰਮਰ ਆ ਕੋਈ, ਉਹ 500 MV ਦਾ ਟਰਾਂਸਫਾਰਮਰ ਆ, ਤਾਂ 500 MV ਦਾ ਲੋਡ ਕਿੰਨਾ ਜ਼ਿਆਦਾ ਹੋਏਗਾ? ਇੱਕ ਸ਼ਹਿਰ ਦਾ ਲੋਡ ਤੋਂ ਵੀ ਵੱਡਾ ਲੋਡ ਹੈਗਾ 500 MV ਲੋਡ। ਤਾਂ ਇਟ ਮੀਨਸ ਤਾਂ ਇਹ ਹੋ ਗਿਆ ਰਾਜੇ, ਐਡਾ ਵੱਡਾ ਲੋਡ ਹੋਣੀ ਕੋਈ ਇੰਡਸਟਰੀ ਹੈਗੀ ਜਿਹੜੀ ਉਹ ਕਿੱਦਾਂ ਯੂਜ਼ ਕਰੇਗੀ, ਹੈ ਨਾ। ਤਾਂ ਇਸ ਲਈ ਆਪਾਂ ਕੀ ਕਰਦੇ ਹਾਂਗੇ, ਇਹਨੂੰ ਆਪਾਂ ਇਨਡਾਇਰੈਕਟ ਟੈਸਟ ਇਹਦੇ ਉੱਪਰ ਪਰਫੋਰਮ ਕਰਦੇ ਹਾਂ, ਇਹਨੂੰ ਅਸੀਂ ਸ਼ਾਰਟ ਕਰਦੇ ਹਾਂਗੇ। ਇਹਨੂੰ ਅਸੀਂ ਸ਼ਾਰਟ ਕਰਦੇ ਹਾਂ। ਤਾਂ ਆਹ ਜਿਹੜੀ ਡਾਇਗਰਾਮ ਤੁਹਾਨੂੰ ਦਿਖ ਰਹੀ ਹੈਗੀ, ਇਹ ਸਾਡੇ ਸ਼ਾਰਟ ਸਰਕਟ ਟੈਸਟ ਦੀ ਆ। ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਹੈਗੀ ਜਿਹੜੀ, ਉਹ ਇਹ ਹੈਗੀ ਵੀ ਦੇਖੋ ਰਾਜੇ, ਸੈਕੰਡਰੀ ਸਾਈਡ ਜਿਹੜੀ ਸਾਡੀ ਆ, ਉਹ ਸਾਡੀ ਸ਼ਾਰਟ ਹੋਈ ਹੈਗੀ ਇੱਥੇ। ਆ ਦੇਖੋ, ਇਹ ਆ ਜਿਹੜੀ ਆ ਤੁਹਾਡੀ V2 ਆ, ਇੱਥੇ ਜਿਹੜੀ ਸਾਡੀ ਆਹ ਇੱਥੇ ਅਸੀਂ ਸ਼ਾਰਟ ਕਰਤੀ। ਇਹਨੂੰ ਅਸੀਂ ਸ਼ਾਰਟ ਕੀਤਾ ਅਤੇ ਇੱਥੇ ਇੱਕ ਐਮੀਟਰ, ਇਹਨੂੰ ਸਟ੍ਰਿਪ ਨਾਲ ਸ਼ਾਰਟ ਕਰਾਂਗੇ ਅਸੀਂ। ਇਹ ਬਹੁਤ ਇੱਕ ਥਿਕ ਸਟ੍ਰਿਪ ਹੋਏਗੀ, ਉਹਦੇ ਨਾਲ ਅਸੀਂ ਸ਼ਾਰਟ ਕਰਾਂਗੇ, ਕਿਉਂਕਿ ਕਰੰਟ ਇੱਥੇ ਬਹੁਤ ਜ਼ਿਆਦਾ ਫਲੋ ਹੋਏਗਾ ਨਾ। ਜਦੋਂ ਆਪਾਂ ਸ਼ਾਰਟ ਕਰ ਦਿੰਦੇ ਹਾਂ, ਕਰੰਟ ਫਲੋ ਹੁੰਦਾ ਹੈਗਾ। ਤਾਂ ਜਦੋਂ ਇੱਥੇ ਕਰੰਟ ਫਲੋ ਹੋਏਗਾ, ਕਰੰਟ ਫਲੋ ਹੋਣ ਦੇ ਨਾਲ ਕਿਤੇ ਇਹ ਨਾ ਹੋਵੇ ਜਿਹੜੀ ਸਾਡੀ ਇਹ ਜਿਹੜੀ ਥਿਕ ਹੈਗੀ, ਜਿਹੜੀ ਸਾਡੀ ਇਹ ਸਟਿਕ ਹੈਗੀ, ਇਹ ਪਤਲੀ ਹੋਵੇ ਅਤੇ ਉਹ ਬਰਨ ਕਰ ਜੇ ਹੀਟ ਪੈਦਾ ਹੋਣ ਕਰਕੇ। ਤਾਂ ਅਸੀਂ ਕੀ ਕਰਦੇ ਹਾਂਗੇ, ਇੱਥੇ ਰਾਜੇ ਇਹ ਬਹੁਤ ਜ਼ਿਆਦਾ ਮੋਟੀ ਹੁੰਦੀ ਹੈਗੀ ਜਿਹੜੀ ਸਾਡੀ ਸੀ, ਜਿਹਦੇ ਨਾਲ ਅਸੀਂ ਇਹਨੂੰ ਸ਼ਾਰਟ ਕੀਤਾ ਹੋਇਆ ਹੈਗਾ। ਪਹਿਲੀ ਗੱਲ, ਸੈਕੰਡਰੀ ਅਸੀਂ ਸ਼ਾਰਟ ਕੀਤੀ ਹੈ ਰਾਜੇ। ਪ੍ਰਾਇਮਰੀ ਦੇ ਵਿੱਚ ਅਸੀਂ ਇੰਸਟਰੂਮੈਂਟਸ ਲਗਾਇਆ। ਇੰਸਟਰੂਮੈਂਟਸ ਕਿਹੜੇ ਲਗਾਏ ਹੈਗੇ? ਪਹਿਲਾਂ ਜਿਵੇਂ ਲਗਾਏ ਸੀਗੇ ਉਹੀ ਇੰਸਟਰੂਮੈਂਟ ਸਾਡੇ ਹੁਣ ਲੱਗਣਗੇ, ਬਸ ਥੋੜ੍ਹਾ ਜਿਹਾ ਫਰਕ ਹੋਏਗਾ। ਕੀ ਫਰਕ ਹੋਏਗਾ? ਇੱਕ ਤਾਂ ਰਾਜੇ ਸਭ ਤੋਂ ਪਹਿਲਾਂ ਲੱਗਿਆ ਹੋਇਆ ਵੋਲਟ ਮੀਟਰ, ਜਿਹੜਾ ਆਹ ਲੱਗਿਆ ਹੋਇਆ ਹੈਗਾ। ਇੱਕ ਤਾਂ ਸਾਨੂੰ ਚਾਹੀਦਾ ਵੋਲਟ ਮੀਟਰ, ਇੱਕ ਸਾਨੂੰ ਚਾਹੀਦਾ ਵੋਲਟ ਮੀਟਰ ਵਿੱਚ, ਇੱਕ ਸਾਨੂੰ ਚਾਹੀਦਾ ਹੈਗਾ ਐਮੀਟਰ, ਇੱਕ ਚਾਹੀਦਾ ਸਾਨੂੰ ਐਮੀਟਰ। ਤੀਜਾ ਇਹਦੇ ਵਿੱਚ ਸਾਨੂੰ ਚਾਹੀਦਾ ਰਾਜੇ ਆਹ ਸਾਡਾ ਜਿਹੜਾ ਵਾਟ ਮੀਟਰ ਹੈਗਾ। ਹੁਣ ਇੱਥੇ ਧਿਆਨ ਰੱਖਣਾ, ਕਿਉਂਕਿ ਇਹ ਸ਼ਾਰਟ ਸਰਕਟ ਹੈ, ਇੱਥੇ ਫੁੱਲ ਲੋਡ ਆ। ਫੁੱਲ ਲੋਡ ਦੇ ਉੱਪਰ ਟਰਾਂਸਫਾਰਮਰ ਦਾ ਜਿਹੜਾ ਪਾਵਰ ਫੈਕਟਰ ਹੁੰਦਾ ਉਹ ਵਧੀਆ ਹੁੰਦਾ।
ਤਾਂ ਇਟ ਮੀਨਸ ਜਿਹੜਾ ਅਸੀਂ ਵਾਟ ਮੀਟਰ ਯੂਜ਼ ਕਰਨਾ ਗਾ ਉਹ ਹਾਈ ਪਾਵਰ ਫੈਕਟਰ ਵਾਟ ਮੀਟਰ ਯੂਜ਼ ਕਰਨਾ ਗਾ ਅਸੀਂ। ਤਾਂ ਜਿਹੜਾ ਅਸੀਂ ਵਾਟ ਮੀਟਰ ਯੂਜ਼ ਕੀਤਾ ਇਹ ਹਾਈ ਪਾਵਰ ਫੈਕਟਰ ਵਾਟ ਮੀਟਰ ਯੂਜ਼ ਕੀਤਾ ਹੈਗਾ। ਵਾਟ ਮੀਟਰ ਦਾ ਹੁਣ ਤੁਸੀਂ ਇੱਥੇ ਕਹੋਗੇ ਵੀ ਵਾਟ ਮੀਟਰ ਦਾ ਵਾਟ ਮੀਟਰ ਹੁੰਦਾ ਹੈਗਾ, ਇਹ ਹਾਈ ਪਾਵਰ ਫੈਕਟਰ ਜਾਂ ਲੋ ਪਾਵਰ ਫੈਕਟਰ ਦਾ ਕੀ ਮਤਲਬ ਆ? ਦੇਖੋ ਰਾਜੇ, ਜੇ ਕੋਈ ਇੱਕ ਸਰਕਟ ਹੁੰਦਾ ਨਾ, ਕਿਸੇ ਸਰਕਟ ਦੇ ਵਿੱਚ ਇਸ ਮੇਨ ਪ੍ਰੋਬਲਮ ਹੁੰਦੀ ਆ ਬੱਚੇ ਐਰਰ ਦੀ। ਜੇ ਕੋਈ ਸਰਕਟ ਹੈਗਾ ਜਿਹਦਾ ਪਾਵਰ ਫੈਕਟਰ ਹੈਗਾ ਜਿਹੜਾ ਉਹ ਲੋ ਹੈਗਾ ਤੇ ਅਸੀਂ ਵਾਟ ਮੀਟਰ ਜਿਹੜਾ ਉੱਥੇ ਯੂਜ਼ ਕਰ ਰਹੇ ਹਾਂ ਉਹ ਹਾਈ ਪਾਵਰ ਫੈਕਟਰ ਵਾਲਾ ਕਰ ਰਹੇ ਹਾਂ, ਤਾਂ ਸਾਡੀ ਐਕੂਰੇਸੀ ਨਹੀਂ ਆਉਂਦੀ ਹੈਗੀ, ਐਰਰ ਸਾਡਾ ਵੱਧਦਾ ਹੁੰਦਾ ਹੈਗਾ। ਤਾਂ ਅਸੀਂ ਧਿਆਨ ਰੱਖਣਾ ਹੁੰਦਾ ਜਿਨ੍ਹਾਂ ਦਾ ਪਾਵਰ ਫੈਕਟਰ ਲੋ ਹੁੰਦਾ ਜਿਹੜੇ ਸਰਕਟਸ ਦਾ, ਉਹਨਾਂ ਵਾਸਤੇ ਵਾਟ ਮੀਟਰ ਸਪੈਸ਼ਲੀ ਡਿਜ਼ਾਈਨਡ ਹੁੰਦਾ, ਉਹ ਰਾਜੇ ਲੋ ਪਾਵਰ ਫੈਕਟਰ ਵਾਟ ਮੀਟਰ ਯੂਜ਼ ਕਰਦੇ ਆ। ਜਿਨ੍ਹਾਂ ਦਾ ਪਾਵਰ ਫੈਕਟਰ ਸਾਡਾ ਯੂਨਿਟੀ ਦੇ ਨੇੜੇ ਤੇੜੇ ਹੁੰਦਾ, ਵਧੀਆ ਪਾਵਰ ਫੈਕਟਰ ਹੁੰਦਾ ਹੈਗਾ, ਉਹਨਾਂ ਵਧੀਆ ਪਾਵਰ ਫੈਕਟਰ ਵਾਸਤੇ ਰਾਜੇ ਗੁੱਡ ਪਾਵਰ ਫੈਕਟਰ ਵਾਸਤੇ ਅਸੀਂ ਹਾਈ ਪਾਵਰ ਫੈਕਟਰ ਵਾਟ ਮੀਟਰ ਯੂਜ਼ ਕਰਦੇ ਆਂਗੇ। ਠੀਕ ਆ, ਵਾਟ ਮੀਟਰ ਦੀਆਂ ਵੀ ਕਿਸਮਾਂ ਹੁੰਦੀਆਂ ਨੇਗੀਆਂ। ਓਕੇ, ਵਾਪਿਸ ਆ ਜਾਂਦੇ ਆਂਗੇ। ਹੁਣ ਇੱਥੇ ਲੱਗਿਆ ਹੋਇਆ ਰਾਜੇ ਇੱਕ ਬੈਰਿਕ। ਆਹ ਕੀ ਲੱਗਿਆ ਹੋਇਆ ਦੇਖੋ, ਇਹਨੂੰ ਧਿਆਨ ਨਾਲ, ਇਹ ਲਿਖਿਆ ਹੋਇਆ ਵੈਰਿਕ। ਇੱਕ ਵੈਰਿਕ ਲੱਗਿਆ ਹੋਇਆ ਹੈਗਾ ਸਾਡੇ ਕੋਲੇ, ਵੇਰੀਅਕ। ਇਹ ਵੈਰੀਅਕ ਕੀ ਹੈਗਾ ਰਾਜੇ? ਇਹ ਕੀ ਕਰਦਾ ਹੈਗਾ? ਵੋਲਟੇਜ ਨੂੰ ਵਧਾਉਂਦਾ ਘਟਾਉਂਦਾ। ਹੁਣ ਇੱਥੋਂ ਸਾਡੇ ਕੋਲੇ ਇੱਥੋਂ ਇਹਦਾ ਮੇਨ ਸਾਡਾ ਟੌਪਿਕ ਸ਼ੁਰੂ ਹੁੰਦਾ ਹੈਗਾ ਵੀ ਇੱਥੇ ਵੈਰੀਅਕ ਕਿਉਂ ਲਗਾਇਆ ਜਾਂਦਾ ਹੈਗਾ। ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇਵੋ ਵੀ ਇੱਕ ਤੁਹਾਡੇ ਕੋਲੇ ਇੱਕ ਟਰਾਂਸਫਾਰਮਰ ਹੈਗਾ, ਇਹਦੀ ਆਹ ਪ੍ਰਾਇਮਰੀ ਵਾਈਂਡਿੰਗ ਆ, ਆਹ ਸੈਕੰਡਰੀ ਵਾਈਂਡਿੰਗ ਆ, ਇੱਧਰਲੇ ਪਾਸੇ ਤੁਸੀਂ ਵੋਲਟੇਜ ਦਿੱਤੀ ਹੋਈ ਆ ਕੋਈ ਨਾ ਕੋਈ। ਇਜ਼ ਇਟ ਪੋਸੀਬਲ ਕਿ ਤੁਸੀਂ ਸੈਕੰਡਰੀ ਵਾਈਂਡਿੰਗ ਨੂੰ ਸ਼ਾਰਟ ਕਰ ਦਿਓ? ਇੱਥੇ ਜੇ ਤੁਸੀਂ ਇੱਥੇ ਸ਼ਾਰਟ ਕਰ ਦਿਓ ਰਾਜੇ, ਉਹ ਕੀ ਹੋਊਗਾ? ਸ਼ਾਰਟ ਸਰਕਟ ਹੋਣ ਦੇ ਨਾਲ ਇੱਥੇ ਬਹੁਤ ਜ਼ਿਆਦਾ ਕਰੰਟ ਨਹੀਂ ਫਲੋ ਕਰੂਗਾ, ਇਹਦੇ ਵਿੱਚ ਪਟਾਕੇ ਨਹੀਂ ਪੈਣਗੇ, ਇੱਥੇ ਅੱਗ ਨਹੀਂ ਨਿਕਲੇਗੀ, ਬਰਨ ਨਹੀਂ ਹੋਏਗੀ, ਸਾਰੀ ਵਾਈਂਡਿੰਗ ਸਾਡੀ ਹੋਵੇਗੀ। ਇਟ ਮੀਨਸ ਅਸੀਂ ਕਦੇ ਵੀ ਰਾਜੇ, ਇਹ ਤਾਂ ਚਲੋ ਫਿਰ ਵੀ ਟਰਾਂਸਫਾਰਮਰ ਆ, ਘਰ ਦੇ ਵਿੱਚ ਜਿਹੜਾ ਸਾਡਾ ਪਲੱਗ ਸ਼ੂ ਹੁੰਦਾ ਹੈਗਾ, ਜਿਹੜਾ ਸਾਡਾ ਪਲੱਗ ਹੁੰਦਾ ਹੈ ਨਾ 220 ਵੋਲਟ ਦਾ, ਇਹਨੂੰ ਜੇ ਸ਼ਾਰਟ ਕਰ ਦਈਏ ਅਸੀਂ ਸਿਰਫ ਇੰਨੀ 220 ਵੋਲਟ ਨੂੰ, ਉੱਥੇ ਵੀ ਦੇਖੀਏ ਤੁਸੀਂ ਰਾਜੇ ਜਿਹੜੀ ਫਾਇਰ ਪੈਦਾ ਹੁੰਦੀ, ਜਿਹੜੀ ਆਰਕ ਪੈਦਾ ਹੁੰਦੀ ਉੱਥੇ ਦੇਖੀ ਹੈ ਨਾ, ਤਾਂ ਇੱਥੇ ਆਰਕ ਕਿਉਂ ਨਹੀਂ ਪੈਦਾ ਹੋਊਗੀ? ਇਹ ਟਰਾਂਸਫਾਰਮਰ ਤਾਂ ਸਾਡੇ 11 kV ਤੱਕ ਹੁੰਦੇ ਹੈਗੇ, 66 kV ਹੁੰਦੀ ਹੈਗੀ ਸੈਕੰਡਰੀ ਬਹੁਤ ਟਰਾਂਸਫਾਰਮਰ ਦੀ। ਤਾਂ ਅਸੀਂ ਕੀ ਕਰਦੇ ਹਾਂ ਰਾਜੇ? ਉਹਦਾ ਇੱਕ ਹੀ ਹੱਲ ਹੁੰਦਾ ਵੀ ਜਿਹੜੀ ਆਹ ਇੱਥੇ ਰਾਜੇ ਵੋਲਟੇਜ ਹੈਗੀ ਉਹ ਇੰਨੀ ਜ਼ਿਆਦਾ ਘੱਟ ਦਈਏ। ਮੰਨ ਲਓ ਰਾਜੇ ਨੋਰਮਲੀ ਸਾਡੀ ਜਿਹੜੀ ਵੋਲਟੇਜ ਹੈਗੀ ਉਹ ਹੈਗੀ ਇੱਥੇ, ਸਪੋਜ਼ ਕਰੋ ਇਹ 66/11 kV ਦਾ ਇੱਕ ਟਰਾਂਸਫਾਰਮਰ ਆ, ਅਤੇ ਅਸੀਂ ਵੋਲਟੇਜ 66 kV ਦੇ ਦਾਂਗੇ। ਜਿਹੜੀ ਇਹਦੇ ਉੱਪਰ ਰਾਜੇ ਜਿਹੜੀ ਇਹਦੀ ਵਾਈਂਡਿੰਗ ਹੈ, ਜਿਹੜੀ ਇਹਦੀ ਇੰਪੀਡੈਂਸ ਹੈਗੀ ਉਹ 11 kV ਦੇ ਅਕੋਰਡਿੰਗਲੀ ਡਿਜ਼ਾਈਨ ਕੀਤੀ ਹੋਈ ਆ। ਸਪੋਜ਼ ਕਰੋ ਅਸੀਂ 66 kV ਥਾਂ 'ਤੇ ਅਸੀਂ ਸਿਰਫ ਰਾਜੇ ਇੱਥੋਂ ਸ਼ੁਰੂ ਕੀਤੀ ਹੈ ਕਿ 10 ਵੋਲਟ ਦੇਣ ਤੋਂ, ਤਾਂ ਐਡੀ ਜਿਹੜੀ ਵਾਈਂਡਿੰਗ ਹੁੰਦੀ ਉਹਦੇ ਵਾਸਤੇ 10 ਵੋਲਟ ਦਾ ਕੋਈ ਜ਼ਿਆਦਾ ਨਹੀਂ ਹੈਗਾ ਨਾ। ਤਾਂ 10 ਵੋਲਟ ਵਾਸਤੇ ਇੱਥੇ ਜਿਹੜਾ ਕਰੰਟ ਹੋਊਗਾ ਉਹ ਡਰਾਸਟਿਕਲੀ ਹਾਈ ਨਹੀਂ ਹੋਏਗਾ, ਉਹ ਬਹੁਤ ਜ਼ਿਆਦਾ ਘੱਟ ਕਰੰਟ ਹੋਏਗਾ। ਮੰਨ ਲਓ ਸਪੋਜ਼ ਕਰੋ 0.1 ਐਂਪੀਅਰ ਕਰੰਟ ਆਊ। ਜਦੋਂ ਅਸੀਂ 10 ਵੋਲਟ ਨੂੰ 20 ਵੋਲਟ ਕਰ ਦਾਂਗੇ ਤਾਂ 0.2 ਆਊਗਾ। ਤਾਂ 30 ਵੋਲਟ ਕਰ ਦਾਂਗੇ, ਮੰਨ ਲਓ ਇਹਦੇ ਕੋਲੇ 2 ਐਂਪੀਅਰ ਆ ਗਿਆ। ਜਦੋਂ 40 ਵੋਲਟ ਕੀਤਾ 2 ਦੀ ਸੰਖਿਆ, ਕੋਈ ਰੈਗੂਲਰ ਨਹੀਂ ਹੁੰਦਾ ਵੀ ਇਹਨੂੰ 10 ਗੁਣਾ ਵਧਾਇਆਗਾ ਤਾਂ ਤੁਹਾਡਾ ਇੱਧਰਲੇ ਵੀ 10 ਗੁਣਾ ਵਧੇਗਾ। ਜਦੋਂ ਇਹ ਥੋੜ੍ਹਾ ਜਿਹਾ ਵੋਲਟੇਜ ਵਧਣ ਲੱਗ ਜਾਏਗੀ ਤਾਂ ਤੁਹਾਡਾ ਜਿਹੜਾ ਕਰੰਟ ਹੋਏਗਾ ਰਾਜੀ ਉਹ ਬਹੁਤ ਜ਼ਿਆਦਾ ਵਧਣ ਲੱਗ ਜਾਏਗਾ, 5 ਐਂਪੀਅਰ, 6 ਐਂਪੀਅਰ, 8 ਐਂਪੀਅਰ, 10 ਐਂਪੀਅਰ। ਇਟ ਮੀਨ ਅਸੀਂ ਕੀ ਕਰਨਾ ਰਾਜੇ, ਅਸੀਂ ਸਾਡੇ ਕੋਲੇ ਇਸ ਟਰਾਂਸਫਾਰਮਰ ਨੂੰ ਕਦੇ ਵੀ ਰੇਟਡ ਵੋਲਟੇਜ ਨਹੀਂ ਦਿੱਤੀ ਜਾ ਸਕਦੀ। ਤਾਂ ਸਭ ਤੋਂ ਵੱਡੀ ਗੱਲ ਰਾਜੇ ਇਹ ਜਿਹੜਾ ਹੁੰਦਾ ਗਾ, ਇੱਥੇ ਅਸੀਂ ਵੋਲਟੇਜ ਜਿਹੜੀ ਦਿੰਦੇ ਹੈਗੇ ਉਹ ਰਿਡਿਊਸਡ ਵੋਲਟੇਜ ਦਿੰਦੇ ਆ ਨਾ, ਰਿਡਿਊਸਡ ਵੋਲਟੇਜ ਦਿੰਦੇ ਆ ਨਾ, ਜਾਂ ਫਿਰ ਕਹਿ ਲਓ ਲੋ ਵੋਲਟੇਜ ਦਿੰਦੇ ਹੈਗੇ। ਲੋ ਵੋਲਟੇਜ ਕਿਉਂ ਦੇਣੀ ਹੈਗੀ? ਲੋ ਵੋਲਟੇਜ ਤਾਂ ਦੇਣੀ ਆ ਤਾਂ ਕਿ ਬੱਚੇ ਸਾਡੇ ਕੋਲੇ ਇੱਥੇ ਜਿਹੜਾ ਕਰੰਟ ਹੈਗਾ ਜਿਹੜਾ ਫਲੋ ਹੋਣਾ ਗਾ ਉਹ ਸ਼ਾਰਟ ਸਰਕਟ ਫਾਲਟ ਕਰੰਟ ਨਾ ਫਲੋ ਹੋ ਜੇ ਕਿਤੇ, ਉਹ ਥੋੜ੍ਹਾ ਹੋਵੇ ਸਾਡਾ ਕਰੰਟ, ਉਹ ਸੇਫ ਲਿਮਿਟਸ ਦੇ ਵਿੱਚ ਹੋਵੇ ਕਰੰਟ ਸਾਡਾ, ਉਹ ਸੇਫ ਲਿਮਿਟਸ ਦੇ ਉੱਪਰ ਹੋਵੇ। ਇਹ ਨਾ ਹੋਵੇ ਟਰਾਂਸਫਾਰਮਰ ਅਸੀਂ ਸਾੜ ਲਈਏ ਟੈਸਟ ਕਰਦੇ। ਓਕੇ ਜੀ, ਚਲੋ ਤਾਂ ਇੱਥੋਂ ਇਹਦਾ ਮਤਲਬ ਇੱਥੋਂ ਰਾਜੇ ਇਸ ਰਿਡਿਊਸਡ ਵੋਲਟੇਜ ਤੋਂ ਇਹਦਾ ਨਾਂ ਗਾ, ਟੈਸਟ ਦਾ ਨਾਂ ਪਿਆ ਗਾ, ਇਹਨੂੰ ਅਸੀਂ ਕਹਿੰਦੇ ਹਾਂ ਲੋ ਵੋਲਟੇਜ ਟੈਸਟ। ਇੱਥੋਂ ਆਬਜੈਕਟਿਵ ਟਾਈਪ ਕੁਐਸਚਨ ਵੀ ਬਣਦਾ ਹੈਗਾ ਵੀ ਜਿਹੜਾ ਤੁਹਾਡਾ ਸ਼ਾਰਟ ਸਰਕਟ ਟੈਸਟ ਹੁੰਦਾ ਹੈਗਾ ਉਹ ਰੇਟਡ ਵੋਲਟੇਜ 'ਤੇ ਅਪਲਾਈ ਕੀਤਾ ਜਾਂਦਾ ਕਿ ਘੱਟ 'ਤੇ ਕੀਤਾ ਜਾਂਦਾ ਰਾਜੇ, ਰਿਡਿਊਸਡ ਵੋਲਟੇਜ ਟੈਸਟ ਕਿਹਾ ਜਾਂਦਾ ਇਹਨੂੰ। ਇਹਦਾ ਨਾਂ ਹੈ ਰਿਡਿਊਸਡ ਵੋਲਟੇਜ ਟੈਸਟ। ਜੇ ਕਿਤੇ ਕਹਿ ਦੇਵੇ ਨਾ ਤਾਂ ਇਹਨੂੰ ਕਹਾਂਗੇ ਰਿਡਿਊਸਡ ਵੋਲਟੇਜ ਆ, ਬਟ ਰੇਟਡ ਫਰੀਕੁਐਂਸੀ ਆ, ਫਰੀਕੁਐਂਸੀ ਨਹੀਂ ਘਟਾਉਂਦੇ। ਅਤੇ ਜਿਹੜਾ ਉਹ ਸੀਗਾ ਸਾਡਾ ਇਹਦੇ ਆਹ ਜਿਹੜਾ ਓਪਨ ਸਰਕਟ ਟੈਸਟ ਸੀਗਾ, ਇਹ ਕੀ ਸੀਗਾ ਰਾਜੇ? ਰੇਟਡ ਵੋਲਟੇਜ ਸੀਗੀ ਇਹਦੇ ਵਿੱਚ ਅਤੇ ਰੇਟਡ ਹੀ ਫਰੀਕੁਐਂਸੀ ਸੀਗੀ। ਰੇਟਡ ਵੋਲਟੇਜ ਅਤੇ ਰੇਟਡ ਫਰੀਕੁਐਂਸੀ। ਉਹ ਰੇਟਡ ਫਰੀਕੁਐਂਸੀ ਅਤੇ ਰੇਟਡ ਵੋਲਟੇਜ ਕਿਉਂ ਸੀ? ਕਿਉਂਕਿ ਲੋਸਿਸ ਫਾਈਂਡ ਕਰਨੇ ਸੀਗੇ। ਲੋਸਿਸ ਫਾਈਂਡ ਕਰਨ ਵਾਸਤੇ ਫਲਕਸ ਪੂਰੀ ਪੈਦਾ ਹੋਣੀ ਚਾਹੀਦੀ। ਫਲਕਸ ਪੂਰੀ ਤਾਂ ਪੈਦਾ ਹੋ ਜੇ B/F ਤੁਸੀਂ ਰੇਟਡ ਦੇਵੋਗੇ।
ਬਟ ਇੱਥੇ ਤਾਂ ਅਸੀਂ ਫਲਕਸ ਨਾਲ ਤਾਂ ਸਾਡਾ ਕੋਈ ਲਿੰਕ ਨਹੀਂ ਹੈਗਾ। ਜੇ ਅਸੀਂ ਵੋਲਟੇਜ ਨੂੰ ਘਟਾ ਵੀ ਦੇਵਾਂਗੇ, ਫ੍ਰੀਕੁਐਂਸੀ ਸਾਡੀ ਕਾਂਸਟੈਂਟ ਆ, ਵੋਲਟੇਜ ਨੂੰ ਘਟਾ ਵੀ ਦਿੱਤਾ, ਇਹਦੇ ਨਾਲ ਕੀ ਹੋਊਗਾ? ਕੀ ਹੋਊਗਾ ਰਾਜੇ? ਮੋਸਟ ਇੰਪੋਰਟੈਂਟ ਕੁਐਸਚਨ ਦੇਖੋ ਇੱਥੇ ਨਿਕਲ ਕੇ ਆ ਰਿਹਾ ਹੈਗਾ ਇੱਕ, ਵੀ ਜੇ ਸਾਡੇ ਕੋਲੇ B/F ਦੀ ਜਿਹੜੀ ਰੇਸ਼ੋ ਆ ਗਈ, ਇੱਕ ਇਹਦੇ ਕੀ ਡਿਪੈਂਡ ਕਰਦਾ? ਮੈਕਸਿਮਮ ਫਲਕਸ ਡਿਪੈਂਡ ਕਰਦੀ ਹੁੰਦੀ ਆ। ਹੁਣ ਅਸੀਂ ਕੀ ਕਹਿ ਰਹੇ ਹਾਂ ਵੀ ਇਹ ਜਿਹੜਾ ਸਾਡਾ ਸ਼ਾਰਟ ਸਰਕਟ ਟੈਸਟ ਆ, ਸ਼ਾਰਟ ਸਰਕਟ ਟੈਸਟ ਦੇ ਵਿੱਚ ਅਸੀਂ ਕੀ ਕੀਤਾ ਹੈਗਾ? ਇੱਕ ਮਿੰਟ ਰਾਜੇ, ਇਹਨੂੰ ਆਪਾਂ ਨੇ ਇੱਥੋਂ ਡਿਲੀਟ ਕਰ ਦਿੰਦੇ ਆ, ਤੁਹਾਨੂੰ ਤੰਗ ਕਰ ਰਿਹਾ ਹੋਏਗਾ। ਤਾਂ ਅਸੀਂ ਵੋਲਟੇਜ ਨੂੰ ਕੀ ਕੀਤਾ? ਰਿਡਿਊਸ ਕੀਤਾ ਨਾ, ਵੋਲਟੇਜ ਨੂੰ ਅਸੀਂ ਰਿਡਿਊਸ ਕੀਤਾ ਬਹੁਤ ਜ਼ਿਆਦਾ। ਜਦੋਂ ਵੋਲਟੇਜ ਨੂੰ ਰਿਡਿਊਸ ਕਰਾਂਗੇ, ਫ੍ਰੀਕੁਐਂਸੀ ਅਸੀਂ ਰੇਟਡ ਦਿੱਤੀ ਹੈਗੀ, ਤਾਂ ਸਾਡੀ ਮੈਕਸਿਮਮ ਫਲਕਸ ਕੀ ਹੋਏਗੀ ਬੱਚੇ? ਘਟ ਜਾਏਗੀ ਨਾ। ਜੇ ਆ ਉੱਪਰ ਵਾਲੀ ਟਰਮ ਘਟ ਜਾਂਦੀ ਹੁੰਦੀ ਹੈ ਤਾਂ ਡਾਇਰੈਕਟਲੀ ਪ੍ਰੋਪੋਰਸ਼ਨਲ ਜਿਹੜੀ ਫਲਕਸ ਹੈ ਇਹ ਵੀ ਤਾਂ ਘਟ ਜਾਏਗੀ ਨਾ। ਜੇ ਇਹ ਫਲਕਸ ਘਟ ਗਈ, ਕਿਉਂਕਿ ਅਸੀਂ ਇਹ ਲੌਸਿਸ ਨੂੰ ਸਿਰਫ ਇਹ ਕਰੰਟ ਅਸੀਂ ਰੇਟਡ ਕਰੰਟ ਫਲੋ ਕਰਵਾਉਣਾ ਇਹਦੇ ਵਿੱਚ। ਰੇਟਡ ਕਰੰਟ ਫਲੋ ਕਰਾ ਕੇ I²R ਦੇਖ ਲਾਂਗੇ ਵੀ ਕਿੰਨੀ ਆ ਵਾਟ ਮੀਟਰ ਦੇ ਉੱਪਰ ਰੀਡਿੰਗ ਕਿੰਨੀ ਆਈ ਹੈਗੀ। ਸਾਨੂੰ ਕੋਈ ਮਤਲਬ ਨਹੀਂ ਹੈਗਾ ਫਲਕਸ ਪੂਰੀ ਬਣੇ ਕਿ ਨਾ ਬਣੇ, ਸਗੋਂ ਇਸ ਗੱਲ ਦਾ ਸਾਨੂੰ ਫਾਇਦਾ ਹੋ ਗਿਆ ਵੀ ਫਲਕਸ ਜੇ ਸਾਡੀ ਘੱਟ ਬਣੀ ਹੈਗੀ ਤਾਂ ਜਿਹੜੇ ਸਾਡੇ ਐਡੀ ਕਰੰਟ ਹੁੰਦੇ ਹੈਗੇ ਤੇ ਜਿਹੜੇ ਹਿਸਟੈਰਿਸਿਸ ਲਾਸ ਹੁੰਦੇ ਆ, ਦੋਨੇ ਸਾਡੇ ਰਾਜੇ ਫਲਕਸ ਦੇ ਉੱਪਰ ਡਿਪੈਂਡ ਨਹੀਂ ਕਰਦੇ। ਇੱਕ ਸਕੇਅਰ ਕਰਦਾ, ਇੱਕ 1.6 ਕਰਦਾ। ਤੇ ਜੇ ਫਲਕਸ ਹੀ ਨਹੀਂ ਬਣੂਗੀ ਤਾਂ ਕੀ ਸਾਡੇ ਕੋਲ ਇਹ ਲਾਸਿਸ ਹੋਣਗੇ? ਇਟ ਮੀਨਸ ਜਿਹੜਾ ਅਸੀਂ ਆਹ ਰਾਜੇ ਵਾਟ ਮੀਟਰ ਲਗਾਇਆ ਹੋਇਆ ਇਹ ਪਿਓਰ ਸਾਨੂੰ ਕੀ ਦੇਊਗਾ? ਸਿਰਫ ਔਰ ਸਿਰਫ ਕਾਪਰ ਲਾਸ ਦੇਊਗਾ। ਇਹ ਕਾਪਰ ਲਾਸ ਦੇਊਗਾ। ਕੋਰ ਲਾਸ ਨਿਗਲੈਕਟ ਹੋਣਗੇ, ਕੋਰ ਲਾਸ ਜਿਹੜੇ ਹੋਣਗੇ ਨਿਗਲੈਕਟ ਹੋਣਗੇ। ਕਿਉਂ ਨਿਗਲੈਕਟ ਹੋਇਆ ਰਾਜੇ? ਕਿਉਂ ਨਿਗਲੈਕਟ ਹੋਇਆਗੇ? ਕਿਉਂਕਿ ਕੋਰ ਲਾਸ ਤਾਂ ਨਿਗਲੈਕਟ ਹੋਇਆ ਬੱਚੇ ਕਿਉਂਕਿ ਜਿਹੜਾ ਸਾਡੀ ਫਲਕਸ ਹੈਗੀ, ਜਿਹੜੀ ਫਲਕਸ ਆ ਸਾਡੀ ਉਹ ਘੱਟ ਆ। ਕਿਉਂ ਘੱਟ ਆ? ਕਿਉਂਕਿ ਵੋਲਟੇਜ ਸਾਡੀ ਘੱਟ ਹੈਗੀ। ਜੇ B/F ਵਾਲੀ ਵੀਡੀਓ ਨਹੀਂ ਦੇਖੀ ਹੋਈ ਹੈਗੀ ਵੀ ਕਿੱਦਾਂ ਫਲਕਸ ਵੱਧਦੀ ਘਟਦੀ ਹੈ ਤਾਂ ਤੁਸੀਂ ਰਾਜੇ ਉਹ ਪਹਿਲਾਂ ਵੀਡੀਓ ਦੇਖ ਲਿਓ। ਅੱਛਾ ਚਲੋ ਤਾਂ ਅੱਗੇ ਚੱਲਦੇ ਆਂਗੇ ਆਪਾਂ। ਅਸੀਂ ਇੱਥੇ ਤੱਕ ਦੇਖਿਆ ਹੈਗਾ। ਹੁਣ ਨੈਕਸਟ ਕੁਐਸਚਨ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆਂਗੇ। ਤਾਂ ਹੁਣ ਤੱਕ ਅਸੀਂ ਕੀ ਦੇਖਿਆ ਹੈਗਾ ਰਾਜੇ ਓਪਨ ਸ਼ਾਰਟ ਸਰਕਟ ਟੈਸਟ ਦੇ ਵਿੱਚ? ਸ਼ਾਰਟ ਸਰਕਟ ਟੈਸਟ ਦੇ ਵਿੱਚ ਅਸੀਂ ਦੇਖਿਆ ਕਿ ਇਹਨੂੰ ਰਿਡਿਊਸ ਵੋਲਟੇਜ ਟੈਸਟ ਕਿਹਾ ਜਾਂਦਾ। ਇੱਕ ਵੋਲਟ ਮੀਟਰ ਚਾਹੀਦਾ ਹੁੰਦਾ, ਇੱਕ ਐਮੀਟਰ ਚਾਹੀਦਾ ਹੁੰਦਾ ਹੈਗਾ, ਇੱਕ ਹਾਈ ਪਾਵਰ ਫੈਕਟਰ ਵਾਟ ਮੀਟਰ ਚਾਹੀਦਾ ਹੁੰਦਾ, ਇੱਕ ਚੌਥੇ ਨੰਬਰ 'ਤੇ ਸਾਨੂੰ ਵੇਰੀਏਕ ਚਾਹੀਦਾ ਹੁੰਦਾ ਜਿਹੜਾ ਕਿ ਸਾਨੂੰ ਰਿਡਿਊਸ ਵੋਲਟੇਜ ਦੇਵੇ। ਇੱਕ ਆਟੋ ਟਰਾਂਸਫਾਰਮਰ ਜਾਂ ਵੇਰੀਏਕ ਚਾਹੀਦਾ ਹੁੰਦਾ। ਪਹਿਲਾਂ ਅਸੀਂ ਹੇਠੋਂ ਸ਼ੁਰੂ ਕਰਦੇ ਹਾਂ ਜਦੋਂ 2 ਵੋਲਟ ਹੁੰਦੀ ਆ, ਫਿਰ ਹੌਲੀ ਹੌਲੀ ਇਹਨੂੰ ਵੋਲਟੇਜ ਨੂੰ ਵਧਾਉਂਦੇ ਜਾਂਦੇ ਆ। ਇਹ ਵੋਲਟੇਜ ਕਦੋਂ ਤੱਕ ਵਧਾਉਣੀ ਹੈਗੀ? ਇਹ ਵੋਲਟੇਜ ਉਦੋਂ ਤੱਕ ਵਧਾਉਂਦੇ ਰਹਿਣਾ ਜਦੋਂ ਤੱਕ ਇੱਥੇ ਸੈਕੰਡਰੀ ਸਾਈਡ ਦੇ ਵਿੱਚ ਰੇਟਡ ਕਰੰਟ ਨਹੀਂ ਫਲੋ ਹੁੰਦਾ ਤੁਹਾਡਾ। ਸੈਕੰਡਰੀ ਸਾਈਡ ਦੇ ਵਿੱਚ ਰੇਟਡ ਕਰੰਟ ਵੀ ਜਦੋਂ ਇਹ ਫੁੱਲ ਲੋਡ ਦੇ ਉੱਪਰ ਚੱਲਦਾ ਹੁੰਦਾ, ਮੰਨ ਲਓ ਉਸ ਵੇਲੇ ਟਰਾਂਸਫਾਰਮਰ ਸਾਡਾ 100 ਵੋਲਟ 'ਤੇ ਹੁੰਦਾ, 100 ਐਂਪੀਅਰ 'ਤੇ ਕੰਮ ਕਰਦਾ ਫੁੱਲ ਲੋਡ ਦੇ ਉੱਪਰ, ਤੇ ਜਦੋਂ ਤੱਕ 100 ਐਂਪੀਅਰ ਕਰੰਟ ਨਹੀਂ ਆਉਂਦਾ ਹੈਗਾ ਉਨੀ ਦੇਰ ਤੱਕ ਅਸੀਂ ਇੱਧਰਲੇ ਪਾਸੇ ਵੋਲਟੇਜ ਵਧਾਉਂਦੇ ਰਹਾਂਗੇ। ਤਾਂ ਗੌਰਤਲਬ ਇਹ ਗੱਲ ਆ ਵੀ ਜਿਹੜਾ 100 ਐਂਪੀਅਰ ਕਰੰਟ ਆ ਜੇ ਨਾਰਮਲ ਟਰਾਂਸਫਾਰਮਰ ਦੇ ਉੱਪਰ, ਇਹ ਸਿਰਫ ਪੂਰੀ ਰੇਟਡ ਵੋਲਟੇਜ 11 kV ਦੇ ਉੱਪਰ ਹੀ ਹੁੰਦਾ ਹੈਗਾ। ਮੰਨ ਲਓ ਜਦੋਂ ਅਸੀਂ ਇਹਨੂੰ ਸ਼ਾਰਟ ਕੀਤਾ ਹੋਇਆ ਹੋਏਗਾ ਉਦੋਂ ਬਹੁਤ ਘੱਟ ਵੋਲਟੇਜ ਦੇ ਉੱਪਰ, ਸਪੋਜ਼ ਇਹ ਲਗਭਗ ਤੁਹਾਡਾ 1000 ਵੋਲਟੇਜ ਦੇ ਉੱਪਰ ਤੁਹਾਡਾ ਇਹ ਰੇਟਡ ਕਰੰਟ ਫਲੋ ਹੋਣ ਲੱਗ ਜੂਗਾ। ਘੱਟ ਵੋਲਟੇਜ ਦੇ ਉੱਪਰ ਤੁਹਾਡਾ ਰੇਟਡ ਕਰੰਟ ਫਲੋ ਹੋਣ ਲੱਗ ਜੂ। ਕਿਉਂਕਿ ਇਹ ਸ਼ਾਰਟ ਸਰਕਟ ਹੋਇਆ ਹੋਇਆ ਸੈਕੰਡਰੀ ਸਾਈਡ ਦੇ ਉੱਪਰ। ਕਲੀਅਰ ਹੋਈ ਬੱਚੇ ਗੱਲ? ਇਹ ਕੁਛ ਵੀ ਨਾ ਪਤਾ ਲੱਗ ਰਿਹਾ ਹੋਵੇ ਜਾਂ ਇਹ ਨਹੀਂ ਲੱਗਦਾ ਹੁੰਦਾ ਬੱਚੇ ਪਤਾ ਤਾਂ ਕਮੈਂਟ ਦੇ ਵਿੱਚ ਦੱਸਿਆ ਜ਼ਰੂਰ ਕਰੋ। ਜੇ ਕਮੈਂਟ ਦੇ ਵਿੱਚ ਦੱਸੋਗੇ ਤਾਂ ਉਹਦੇ ਨਾਲ ਕੀ ਹੋਊਗਾ, ਮੈਂ ਉਹਦਾ ਤੁਹਾਨੂੰ ਆਨਸਰ ਦੇਣ ਦੀ ਕੋਸ਼ਿਸ਼ ਕਰੂੰ, ਨੈਕਸਟ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰੂੰਗਾ। ਓਕੇ, ਕਿਉਂਕਿ ਕੁਐਸਚਨ ਕਮਾਉਣ ਵਾਲਾ ਕਿਵੇਂ ਪੁੱਛ ਸਕਦਾ। ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਵੀ ਹਰ ਕੁਐਸਚਨ ਨੂੰ ਇੱਥੇ ਕਵਰ ਕੀਤਾ ਜਾਵੇ। ਹੁਣ ਰਾਜੇ ਨੈਕਸਟ ਕੁਐਸਚਨ ਕੀ ਹੈਗਾ? ਪਰਫਾਰਮ ਕਿੱਧਰਲੇ ਪਾਸੇ ਕੀਤਾ ਜਾਂਦਾ? ਇੱਕ ਹਾਈ ਵੋਲਟੇਜ ਸਾਈਡ ਹੁੰਦੀ ਹੈ ਸਾਡੀ, ਇੱਕ ਰਾਜੇ ਸਾਡੀ ਲੋ ਵੋਲਟੇਜ ਸਾਈਡ ਹੁੰਦੀ ਹੈ। ਤੁਸੀਂ ਰਾਜੇ ਸ਼ਾਰਟ ਸਰਕਟ ਦੇਖੋ, ਇਹ ਸ਼ਾਰਟ ਕਰਨਾ ਆਪਾਂ ਕਿਸੇ ਚੀਜ਼ ਨੂੰ, ਤਾਂ ਸ਼ਾਰਟ ਕਰਨਾ ਕੀ HV ਵਾਇੰਡਿੰਗ ਨੂੰ ਸ਼ਾਰਟ ਕਰਨਾ ਸੌਖਾ ਹੈਗਾ? ਦੱਸੋ ਮੈਨੂੰ। HV ਵਾਇੰਡਿੰਗ ਨੂੰ ਤੁਸੀਂ ਸ਼ਾਰਟ ਕਰੋਗੇ ਰਾਜੇ, ਚੰਗੀ ਗੱਲ ਹੈ? ਨਹੀਂ, ਅਸੀਂ ਹਮੇਸ਼ਾ ਜਿਹੜਾ ਸ਼ਾਰਟ ਕਰਦੇ ਹਾਂ ਰਾਜੇ ਉਹ LV ਵਾਇੰਡਿੰਗ ਨੂੰ ਅਸੀਂ ਸ਼ਾਰਟ ਕਰਦੇ ਹਾਂ। ਸ਼ਾਰਟ ਸਰਕਟ ਕਰਨਾ LV ਵਾਇੰਡਿੰਗ ਨੂੰ। ਜਿਹੜੀ ਹਾਈ ਵੋਲਟੇਜ ਵਾਇੰਡਿੰਗ ਹੈਗੀ ਇੱਧਰਲੇ ਪਾਸੇ ਅਸੀਂ ਪਰਫਾਰਮ ਕਰਨਾ ਟੈਸਟ। ਮਤਲਬ ਇੰਸਟਰੂਮੈਂਟਸ ਜਿਹੜੇ ਹੁੰਦੇ ਹੈਗੇ ਸਾਡੇ, ਚਾਹੇ ਉਹ ਵਾਟ ਮੀਟਰ ਆ, ਚਾਹੇ ਵੋਲਟ ਮੀਟਰ ਆ, ਚਾਹੇ ਮੀਟਰ, ਇਹ ਇੰਸਟਰੂਮੈਂਟਸ ਕਿੱਧਰ ਕਨੈਕਟ ਕਰਨੇ ਹੈਗੇ ਅਸੀਂ? HV ਸਾਈਡ ਦੇ ਉੱਪਰ। HV ਸਾਈਡ ਦੇ ਉੱਪਰ ਇੰਸਟਰੂਮੈਂਟਸ ਕਨੈਕਟ ਕਰਨੇ ਹੈਗੇ। LV ਸਾਈਡ, ਕਿਉਂਕਿ HV ਸਾਈਡ ਤਾਂ ਵੈਸੇ ਵੀ ਰਾਜੀ ਜੇ ਅਸੀਂ ਇੱਧਰਲੇ ਪਾਸੇ ਪ੍ਰਾਇਮਰੀ ਵਾਲੇ ਪਾਸੇ ਲਾਵਾਂਗੇ ਤਾਂ ਇਹਦੇ ਨਾਲ ਵੇਰੀਏਕ ਲੱਗ ਜੂਗਾ ਨਾ। ਜੇ ਵੇਰੀਏਕ ਲੱਗ ਜਾਏਗਾ, ਵੇਰੀਏਕ ਨਾਲ ਤਾਂ ਵੈਸੇ ਹੀ ਵੋਲਟੇਜ ਘੱਟੇ ਦੇਣੀ, ਅਸੀਂ ਕਿਹੜਾ ਪੂਰੀ ਦੀ ਪੂਰੀ ਵੋਲਟੇਜ ਦੇਣੀ ਹੈ। ਪਰ ਜੇ ਵੇਰੀਏਕ ਇੱਧਰ ਲੋ ਵੋਲਟੇਜ ਵਾਲੇ ਪਾਸੇ ਲਾਵਾਂਗੇ, ਹਾਈ ਵੋਲਟੇਜ ਨੂੰ ਸ਼ਾਰਟ ਕਰਾਂਗੇ ਤਾਂ ਇੱਧਰਲੇ ਪਾਸੇ ਵੋਲਟੇਜ ਬਹੁਤ ਜ਼ਿਆਦਾ ਹੋਏਗੀ। ਕਲੀਅਰ ਹੋਈ ਬੱਚੇ ਗੱਲ ਇਹ? ਤਾਂ ਹੁਣ ਆ ਜਾਓ ਇੱਥੋਂ ਅਸੀਂ ਵੈਲਿਊਜ਼ ਕਿਹੜੀਆਂ ਕੱਢ ਦਿਆਂਗੇ। ਲਓ ਵੈਲਿਊਜ਼ ਦੇਖੋ ਕਿਹੜੀਆਂ ਕੱਢ ਦਿਆਂਗੇ ਇਹਦੇ ਵਿੱਚੋਂ। ਇਹਨੂੰ ਉਤਾਰਨਾ ਉਤਾਰ ਲਓ ਜੀ, ਨਹੀਂ ਮੈਂ ਇਹਨੂੰ ਡਿਲੀਟ ਕਰਨ ਲੱਗਿਆ। ਤਾਂ ਇਸ ਡਾਇਗਰਾਮ ਨੂੰ ਧਿਆਨ ਨਾਲ ਦੇਖੋ ਜੀ। ਇਸ ਡਾਇਗਰਾਮ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੋਵੇਗਾ, ਦੇਖੋ ਇਸ ਸਾਈਡ ਸਪਲਾਈ ਅਸੀਂ ਇਸ ਸਾਈਡ ਦਿੱਤੀ ਹੋਈ ਹੈ ਨਾ,
ਇਹ ਸਾਈਡ ਸਾਡੀ ਸ਼ਾਰਟ ਆ। ਜੇ ਅਸੀਂ ਪੂਰੇ ਡਾਇਗਰਾਮ ਨੂੰ ਦੇਖੀਏ, ਪੂਰੀ ਡਾਇਗਰਾਮ ਦੇ ਵਿੱਚ ਸੈਕੰਡਰੀ ਸਾਈਡ ਦੇ ਉੱਪਰ ਜਿਹੜਾ ਕਰੰਟ ਹੈਗਾ ਉਹ ਰੇਟਡ ਕਰੰਟ ਫਲੋ ਹੋ ਰਿਹਾ ਨਾ। ਇਟ ਮੀਨਸ ਇਹ ਉਨਾ ਹੀ ਕਰੰਟ ਫਲੋ ਹੋ ਰਿਹਾ ਹੈਗਾ ਜਿੰਨਾ ਸਾਡਾ ਜਦੋਂ ਟਰਾਂਸਫਾਰਮਰ ਫੁੱਲ ਲੋਡ ਦੇ ਉੱਪਰ ਹੁੰਦਾ ਹੈਗਾ ਉਨਾ ਕਰੰਟ ਫਲੋ ਹੋ ਰਿਹਾ। ਤੇ ਵਾਈਂਡਿੰਗ ਆ ਜਿਹੜੀ ਉਹ ਸੇਮ ਹੀ ਹੈ ਨਾ, ਜਿਹੜੀ ਸਾਡੀ ਟਰਾਂਸਫਾਰਮਰ ਦੇ ਵਿੱਚ ਜਦੋਂ ਫੁੱਲ ਲੋਡ ਪਾਵਾਂਗੇ ਆਪਾਂ ਉਹੀ ਵਾਈਂਡਿੰਗ। ਇਟ ਮੀਨਸ ਜਿਹੜੀ ਵਾਈਂਡਿੰਗ ਦੀ ਰੈਜ਼ਿਸਟੈਂਸ ਹੈਗੀ ਉਹ ਵੀ ਸਾਡੀ ਸੇਮ ਹੈਗੀ ਜਿਹੜੀ ਨੋਰਮਲ ਟਰਾਂਸਫਾਰਮਰ ਦੇ ਉੱਪਰ ਹੁੰਦੀ ਆ। ਤਾਂ ਰੈਜ਼ਿਸਟੈਂਸ ਇੱਥੇ ਹੈਗੀ ਆ। ਕਰੰਟ ਸਾਨੂੰ ਪਤਾ ਲੱਗ ਗਿਆ ਵੀ ਇੱਥੇ ਇੱਕ ਐਮੀਟਰ ਲਗਾ ਕੇ ਭਾਈ ਰੇਟਡ ਕਰੰਟ ਫਲੋ ਹੋਣ ਲੱਗਿਆ ਹੋਇਆ ਹੈਗਾ। ਤਾਂ ਇਟ ਮੀਨਸ ਜੇ ਇੱਥੇ ਰੇਟਡ ਕਰੰਟ ਫਲੋ ਹੋ ਰਿਹਾ, ਇਹ ਡਰਾ ਕਿੱਥੋਂ ਹੋ ਰਿਹਾ? ਇਹ ਪ੍ਰਾਇਮਰੀ ਸਾਈਡ ਤੋਂ ਡਰਾ ਹੋ ਰਿਹਾ ਹੋਊਗਾ। ਜੇ ਪ੍ਰਾਇਮਰੀ ਸਾਈਡ ਤੋਂ ਡਰਾ ਹੋ ਰਿਹਾ ਇਟ ਮੀਨਸ ਪ੍ਰਾਇਮਰੀ ਵਾਈਂਡਿੰਗ ਦੇ ਅੰਦਰ ਵੀ ਰੇਟਡ ਕਰੰਟ ਫਲੋ ਹੋ ਰਿਹਾ, ਜਿਹੜਾ I1 ਹੈਗਾ ਉਹ ਵੀ ਰੇਟਡ ਕਰੰਟ ਫਲੋ ਹੋ ਰਿਹਾ। ਤਾਂ ਸਾਨੂੰ ਇਹੀ ਤਾਂ ਚਾਹੀਦਾ ਹੁੰਦਾ ਵੀ I1 ਵੀ ਰੇਟਡ ਫਲੋ ਹੋਵੇ, I2 ਵੀ ਰੇਟਡ ਫਲੋ ਹੋਵੇ। ਇਟ ਮੀਨਸ ਫੁੱਲ ਲੋਡ ਕਰੰਟ ਫਲੋ ਹੋ ਰਿਹਾ ਦੋਨੇ ਵਾਈਂਡਿੰਗਸ ਦੇ ਵਿੱਚ। ਇਟ ਮੀਨਸ ਇਹ ਕੰਡੀਸ਼ਨ ਬਿਲਕੁਲ ਸੇਮ ਉੱਦਾਂ ਦੀ ਬਣ ਗਈ ਜਿਹੜੀ ਕੰਡੀਸ਼ਨ ਸਾਡੀ ਹੋਏਗੀ ਜਦੋਂ ਫੁੱਲ ਲੋਡ ਸਾਡਾ ਟਰਾਂਸਫਾਰਮਰ 100% ਲੋਡ ਦੇ ਉੱਪਰ ਚੱਲ ਰਿਹਾ ਹੋਵੇਗਾ। ਇਹ ਉਹੀ ਕੰਡੀਸ਼ਨ ਬਣ ਗਈ। ਇਟ ਮੀਨਸ ਇੱਥੇ ਜਿਹੜਾ ਅਸੀਂ ਆਹ ਲਗਾਇਆ ਹੋਇਆ ਹੈਗਾ ਵਾਟ ਮੀਟਰ ਲਗਾਇਆ ਹੋਇਆ, ਇਹ ਵਾਟ ਮੀਟਰ ਕੋਈ ਨਾ ਕੋਈ ਤੁਹਾਨੂੰ ਵਾਟੇਜ ਦੇ ਵਿੱਚ ਰੀਡਿੰਗ ਦੇਵੇਗਾ, ਕੋਈ ਨਾ ਕੋਈ ਰੀਡਿੰਗ ਦੇਵੇਗਾ ਵਾਟ ਦੇ ਵਿੱਚ। ਹੁਣ ਜਿਹੜੀ ਇਹ ਰੀਡਿੰਗ ਦੇ ਰਿਹਾ, ਕੀ ਇਹ ਰੀਡਿੰਗ ਸਾਡੇ ਕੋਰ ਲਾਸ ਦੇ ਹੋ ਰਹੇ ਆ? ਨਹੀਂ ਹੋ ਰਹੇ। ਕਿਉਂ ਨਹੀਂ ਹੋ ਰਹੇ? ਕਿਉਂਕਿ ਫਲਕਸ ਨਹੀਂ ਹੈਗੀ, ਬਹੁਤ ਘੱਟ ਹੈਗੀ। ਘੱਟ ਆਪਾਂ ਨਹੀਂ ਹੈਗੀ ਨਹੀਂ ਕਹਿੰਦੇ, ਵੀ ਬਹੁਤ ਘੱਟ ਹੈਗੀ। ਫਲਕਸ ਤਾਂ ਇੱਥੇ ਹੈ ਨਹੀਂ, ਤਾਂ ਸਾਰੇ ਲਾਸ ਜਿਹੜੇ ਇਹ એનર્ਜੀ ਲੈ ਰਿਹਾ, ਅੱਛਾ ਲੋਡ ਅਸੀਂ ਲਗਾਇਆ ਨਹੀਂ ਹੋਇਆ ਕੋਈ, ਤਾਂ ਇਹ ਜਿਹੜੀ ਵਾਟੇਜ ਆ ਰਹੀ ਆ ਉਹ ਵਾਟੇਜ ਹੈ ਕਾਹਦੀ ਆ ਰਾਜੀ? ਉਹ ਸਾਰੀ ਵਾਟੇਜ ਕਾਹਦੀ ਹੈਗੀ? ਕਾਪਰ ਲਾਸ ਦੀ ਹੈਗੀ। ਉਹ ਸਾਰੀ ਵਾਟੇਜ ਕਾਹਦੀ ਆ? ਕਾਪਰ ਲਾਸ ਦੀ ਆ। ਤਾਂ ਕੀ ਅਸੀਂ ਇਹ ਕਹਿ ਸਕਦੇ ਆਂਗੇ? ਕੀ ਅਸੀਂ ਇਹ ਕਹਿ ਸਕਦੇ ਹਾਂ ਰਾਜੇ ਵੀ ਸਾਡੇ ਕੋਲੇ ਜਿਹੜੀ ਇੱਥੇ ਪਾਵਰ ਹੈਗੀ, ਜਿਹੜੀ ਟੋਟਲ ਪਾਵਰ ਪੈਦਾ ਹੋ ਰਹੀ ਆ, ਨੋਰਮਲੀ ਇੱਕ ਪਾਵਰ ਕੀ ਹੁੰਦੀ ਹੈਗੀ? ਪਾਵਰ ਹੁੰਦੀ ਹੈ ਰਾਜੇ V × I × cos θ। ਤੇ ਇਸ ਪਰਟੀਕੂਲਰ ਕੇਸ ਵਾਸਤੇ ਅਸੀਂ ਇਹ ਕਹਿ ਸਕਦੇ ਹਾਂਗੇ ਵੀ ਜਿਹੜਾ WSC ਦੀ ਰੀਡਿੰਗ ਹੈਗੀ, ਜਿਹੜੀ ਸਾਡੀ WSC ਦੀ ਰੀਡਿੰਗ ਆ, ਇਹ ਸਾਨੂੰ ਕਾਪਰ ਲਾਸ ਦੇ ਰਹੀ ਆ, ਟੋਟਲ ਕਾਪਰ ਲਾਸ ਦੇ ਰਹੀ ਹੈਗੀ, ਹੈ ਨਾ। ਤਾਂ ਜੇ ਆਪਾਂ ਇੱਥੇ ਮੇਰੇ ਕੋਲ ਜਿਹੜੀ ਆ ਪਾਵਰ ਪੈਦਾ ਹੋ ਰਹੀ ਹੈ ਰਾਜੇ, ਇਹਨੂੰ ਜੇ ਮੈਂ ਇਹਦੀਆਂ ਵੈਲਿਊਜ਼ ਪੁੱਟ ਕਰਾਂ, ਇਸ ਵੈਲਿਊ ਦੇ ਵਿੱਚ ਮੇਰੇ ਕੋਲ ਕੀ ਕੁਛ ਹੈਗਾ? ਇੱਕ ਤਾਂ ਰਾਜੇ ਮੈਂ ਇੱਥੇ ਆ ਜਿਹੜੀ P ਹੈਗੀ ਇਹ ਮੈਨੂੰ ਪਤਾ, ਕਿਉਂਕਿ ਮੈਂ ਇੱਥੇ ਆ ਜਿਹੜੀ ਵਾਟ ਮੀਟਰ ਦੀ ਰੀਡਿੰਗ ਪੜ੍ਹ ਲਾਂਗਾ। ਅਤੇ ਇਹਦਾ ਨਾਮ ਅਸੀਂ ਕੀ ਰੱਖਿਆ ਹੋਇਆ? WSC। ਆਹ ਜਿਹੜੀ ਸਾਡੀ V ਆ ਵੋਲਟ ਮੀਟਰ ਲਗਾਇਆ ਹੋਇਆ, ਇਹ ਸਾਨੂੰ ਪਤਾ ਲੱਗ ਜੂ V1 ਸਾਡੀ ਕਿੰਨੀ ਕੁ ਆਈ ਹੈਗੀ, V ਸਾਡੀ ਕਿੰਨੀ ਕੁ ਆਈ ਆ। ਮਲਟੀਪਲਾਈ ਬਾਏ ਇੱਥੇ ਰਾਜੇ ਕਰੰਟ ਸਾਡਾ ਐਮੀਟਰ ਨੇ ਦੱਸ ਦੇਣਾ ਗਾ ਵੀ ਪ੍ਰਾਇਮਰੀ ਸਾਈਡ ਵੱਲੋਂ ਕਰੰਟ ਕਿੰਨਾ ਖਿੱਚਿਆ ਗਿਆ ਟੋਟਲ। ਇਹ ਸਾਡਾ ਕਰੰਟ ਆ ਜਾਏਗਾ। ਇਹਨੂੰ ਨਾ ਆਪਾਂ ਇੱਕ ਕੰਮ ਕਰਦੇ ਹਾਂ, ਇਸ ਕਰੰਟ ਨੂੰ ਸ਼ਾਰਟ ਸਰਕਟ ਕਰੰਟ ਕਹਿੰਦੇ ਆਂਗੇ ਆਪਾਂ ਇਹਨੂੰ, ਠੀਕ ਹੈ ਜੀ। ਮਲਟੀਪਲਾਈ ਬਾਏ cos θ। ਤਾਂ ਇਸ ਡਾਇਗਰਾਮ ਦੇ ਵਿੱਚ ਕਿਹਦੀਆਂ ਰੀਡਿੰਗ ਸਾਨੂੰ ਪਤਾ ਨੇ? ਆਹ ਪਤਾ ਸਾਨੂੰ, ਬਿਲਕੁਲ ਇਹਨੇ ਦਿੱਤੀ ਰੀਡਿੰਗ। ਆਹ ਪਤਾ ਬੱਚੇ, ਤੇ ਆਹ ਵੀ ਪਤਾ। ਤਾਂ ਅਸੀਂ ਕੀ ਕੱਢ ਸਕਦੇ ਹਾਂ ਇੱਥੋਂ? cos φ। ਤਾਂ ਇੱਥੋਂ ਅਸੀਂ ਕੱਢ ਸਕਦੇ ਹਾਂ ਫੁੱਲ ਲੋਡ ਦੇ ਵੇਲੇ ਸਾਡਾ ਜਿਹੜਾ ਇਸ ਵੇਲੇ ਸਾਡਾ ਪਾਵਰ ਫੈਕਟਰ ਇਹ ਕਿੰਨਾ ਹੈਗਾ? cos φ ਦੀ ਵੈਲਿਊ ਕਿੰਨੀ ਹੈਗੀ ਬੱਚੇ? cos φ ਦੀ ਵੈਲਿਊ ਕਿੰਨੀ ਹੈਗੀ? cos φ ਦੀ ਵੈਲਿਊ ਹੈਗੀ ਤੁਹਾਡੀ WSC ਡਿਵਾਈਡ ਬਾਏ V1 ਮਲਟੀਪਲਾਈ ਬਾਏ ISC। ਤਾਂ ਇੱਕ ਤਾਂ ਸਾਨੂੰ ਰਾਜੇ ਇੱਥੋਂ ਪਾਵਰ ਫੈਕਟਰ ਪਤਾ ਲੱਗ ਜੂਗਾ। ਦੂਜਾ ਦੇਖੋ ਕੀ ਪਤਾ ਲੱਗੇਗਾ। ਹੁਣ ਕਿਸੇ ਵੀ ਜਿਹੜੀ ਪਾਵਰ ਹੈਗੀ, ਇਹ ਮੈਨੂੰ ਇਹ ਦੱਸੋ, ਜਿਹੜੀ ਆਹ ਪਾਵਰ WSC ਵਾਟ ਮੀਟਰ ਨੇ ਮੇਜਰ ਕੀਤੀ ਆ, 3 ਪਾਵਰ ਹੁੰਦੀਆਂ ਸਾਡੀ। ਇੱਕ ਪਾਵਰ ਹੁੰਦੀ ਆ ਰਾਜੇ ਐਪਰੈਂਟ ਪਾਵਰ, ਇੱਕ ਪਾਵਰ ਹੁੰਦੀ ਆ ਸਾਡੀ ਰਿਐਕਟਿਵ ਪਾਵਰ, ਇੱਕ ਪਾਵਰ ਹੁੰਦੀ ਆ ਸਾਡੀ ਰੀਅਲ ਪਾਵਰ। ਕਿਹੜੀ ਪਾਵਰ ਮੇਜਰ ਕੀਤੀ ਆ ਬੱਚੇ ਤਿੰਨਾਂ ਦੇ ਵਿੱਚੋਂ? ਵਾਟ ਮੀਟਰ ਨੇ ਕਾਪਰ ਲਾਸ ਮਤਲਬ ਵਾਟੇਜ ਦੇ ਵਿੱਚ। ਜੇ ਵਾਟੇਜ ਆਂਸਰ ਹੋਵੇ ਤਾਂ ਮਤਲਬ ਕਿਹੜੀ ਪਾਵਰ? ਰੀਅਲ ਪਾਵਰ ਕੀਤੀ ਹੈਗੀ। ਤਾਂ ਰੀਅਲ ਪਾਵਰ ਕਿਸੇ ਵੀ ਸਰਕਟ ਦੀ ਉਹ ਸਿਰਫ ਔਰ ਸਿਰਫ ਕਾਹਦੇ ਵਿੱਚ ਹੁੰਦੀ ਹੈ? ਰੈਜ਼ਿਸਟੈਂਸ ਦੇ ਵਿੱਚ। ਤਾਂ ਕੀ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਫੁੱਲ ਲੋਡ ਕਰੰਟ ਆ ਇਹਦਾ ਸਕੇਅਰ ਕਰਕੇ ਜਿਹੜੀ ਟੋਟਲ ਰੈਜ਼ਿਸਟੈਂਸ ਹੁੰਦੀ ਹੈਗੀ, ਜਿਹਦੇ ਨਾਲ ਅਸੀਂ ਮਲਟੀਪਲਾਈ ਕਰ ਦਈਏ I² R ਕਰ ਦਈਏ, ਉਹ ਕਿਹਦੇ ਬਰਾਬਰ ਹੋਊਗਾ ਬੱਚੇ? WSC ਦੇ ਬਰਾਬਰ ਹੋਊ। ਕੀ ਅਸੀਂ ਕਹਿ ਸਕਦੇ ਹਾਂਗੇ ਵੀ ਜਿਹੜੇ ਤੁਹਾਡੇ ਟੋਟਲ ਲਾਸ ਹੋ ਰਹੇ ਹੈਗੇ ਵਾਟ ਦੇ ਵਿੱਚ, ਉਹ I² R ਹੀ ਤਾਂ ਹੋ ਰਹੇ ਹੈਗੇ, ਵੀ ਦੋਨੇ ਵਾਈਂਡਿੰਗਾਂ ਦੀ ਰੈਜ਼ਿਸਟੈਂਸ ਅਤੇ ਟੋਟਲ ਕਰੰਟ, ਠੀਕ ਹੈ। ਇੱਥੇ ISC ਕਰੰਟ ਆਊਗਾ ਰਾਜਾ, I2 ਨਹੀਂ ISC ਕਰੰਟ ਆਊਗਾ। ਅਤੇ RE ਜਿਹੜੀ ਹੈਗੀ ਇਹ ਇਕੁਇਲੈਂਟ ਰੈਜ਼ਿਸਟੈਂਸ ਆ, ਪ੍ਰਾਇਮਰੀ ਅਤੇ ਸੈਕੰਡਰੀ ਦੋਨਾਂ ਦੀ ਹੈਗੀ। ਇਹ ਜਿਹੜੀ ਆਹ ਹੈਗੀ ਨਾ, ਜੇ ਅਸੀਂ ਪ੍ਰਾਇਮਰੀ ਸਾਈਡ 'ਤੇ ਉਹਨੂੰ ਪਰਫੋਰਮ ਕਰ ਰਹੇ ਹਾਂਗੇ ਤਾਂ ਅਸੀਂ ਇਹ ਜਿਹੜੀ ਰੈਜ਼ਿਸਟੈਂਸ ਆਊਗੀ ਇਹ ਦੋਨਾਂ ਸਾਈਡ ਦੀ ਰੈਫਰਡ ਵੈਲਿਊਜ਼ ਕੀ ਹੁੰਦੀਆਂ ਨੇ ਇਹ ਪਤਾ ਹੋਣਾ ਚਾਹੀਦਾ ਹੈਗਾ। ਟਰਾਂਸਫਾਰਮਰ ਦੇ ਵਿੱਚ ਰੈਫਰਡ ਵੈਲਿਊ ਵੀ R1 ਤਾਂ ਇੱਧਰਲੇ ਪਾਸੇ ਹੈਗੀ ਆ, ਉੱਧਰਲੇ ਪਾਸੇ ਜਿਹੜੇ ਸੈਕੰਡਰੀ ਸਾਈਡ ਵੱਲੋਂ ਅਸੀਂ ਪ੍ਰਾਇਮਰੀ ਸਾਈਡ ਵੱਲ ਲੈ ਕੇ ਆਉਣੇ ਆ R2 ਨੂੰ, ਉਹ R2 ਡੈਸ਼ ਹੁੰਦੀ ਆ। ਇਹਨਾਂ ਦੋਨਾਂ ਜਿਹੜਾ ਸਮ ਹੁੰਦਾ ਉਹ RE1 ਹੁੰਦਾ, R1E ਕਹਿ ਲਓ ਚਾਹੇ,
ਓਕੇ ਜੀ। ਤਾਂ ਇੱਥੋਂ ਸਾਡੇ ਕੋਲੇ ਕੀ ਨਿਕਲਿਆ ਹੈ ਬੱਚੇ, ਇੱਥੋਂ ਸਾਡੇ ਕੋਲੇ ਹੁਣ ਕਿਹਦੀਆਂ ਵੈਲਿਊਜ਼ ਪਤਾ ਸਾਨੂੰ, ਇਹਦੀ ਵੈਲਿਊ ਪਤਾ, ਇਹਦੀ ਵੈਲਿਊ ਪਤਾ, ਕਿਉਂਕਿ ਅਸੀਂ ਵਾਟ ਮੀਟਰ ਵੀ ਲਗਾਇਆ ਹੋਇਆ ਤੇ ਅਸੀਂ ਐਮੀਟਰ ਵੀ ਲਗਾਇਆ ਹੋਇਆ। ਤਾਂ ਇੱਥੋਂ ਅਸੀਂ ਕੀ ਕੱਢ ਸਕਦੇ ਹਾਂਗੇ, ਇੱਥੋਂ ਅਸੀਂ ਕੱਢ ਸਕਦੇ ਹਾਂ ਆਰ ਆਈ ਈ ਦੀ ਵੈਲਿਊ। ਉਹ ਕੀ ਹੋਊਗੀ, WSC ਡਿਵਾਈਡ ਬਾਈ ਕਰੰਟ ਹੇਠਾਂ ਜਾਊਗਾ ਇੱਦਾਂ, ਇੱਥੋਂ ਕੱਢ ਸਕਦੇ ਹਾਂ ਨਾ। ਇੱਥੋਂ ਸਾਡੇ ਕੋਲ ਕੀ ਆ ਜੂਗੀ ਬੱਚੇ, ਰੈਜ਼ਿਸਟੈਂਸ ਆ ਜੂਗੀ ਵੀ ਦੋਵੇਂ ਵਾਂਡਿੰਗਾਂ ਦੀ ਇਕੱਠੀ ਇਕੁਇਲੈਂਟ ਰੈਜ਼ਿਸਟੈਂਸ ਹੈ ਕਿੰਨੀ ਆ। ਹੁਣ ਸਾਨੂੰ ਪਤਾ ਵੀ V IZ ਹੁੰਦਾ ਨਾ AC ਸਰਕਟ ਦੇ ਵਿੱਚ ਫਾਰਮੂਲਾ। ਤਾਂ ਇੱਥੇ ਪਾਰਟੀਕੂਲਰ ਕੇਸ ਵਾਸਤੇ V I ਕਿਹੜਾ ਹੈਗਾ, ਇੱਥੇ ISC ਹੈਗਾ। Z ਕੀ ਹੈ ਰਾਜੇ, ਟੋਟਲ ਜਿਹੜਾ ਪ੍ਰਾਇਮਰੀ ਸੈਕੰਡਰੀ ਦਾ ਇਕੱਠਾ ਹੈਗਾ। ਤਾਂ ਇੱਥੋਂ ਸਾਡਾ ਕੀ ਕੱਢ ਸਕਦੇ ਹਾਂ ਅਸੀਂ, Z ਕੱਢ ਸਕਦੇ ਹਾਂ ਰਾਜੇ। ਤਾਂ Z ਕੀ ਹੋਏਗਾ, Z ਹੋਏਗਾ ਵੀ ਜਿਹੜੀ ਅਸੀਂ ਵੋਲਟੇਜ ਪੜ੍ਹੀ ਹੈਗੀ ਇੱਥੇ, ਜਿਹੜੀ ਵੋਲਟ ਮੀਟਰ ਨੇ ਵੋਲਟੇਜ ਦਿੱਤੀ ਹੈ, ਜਿਹਨੂੰ ਡਿਵਾਈਡ ਕਰਦੀ ਹੈ ਰਾਜੇ ਕਾਹਦੇ ਨਾਲ, ISC ਕਰੰਟ ਨਾਲ, ਜਿਹੜਾ ਅਸੀਂ ਕਰੰਟ ਕੱਢ ਕੇ ਹਟਿਆਂਗੇ। ਤਾਂ ਸਾਡੇ ਕੋਲੇ ਕੀ ਆ ਜਾਊਗਾ ਬੱਚੇ, ਇੰਪੀਡੈਂਸ ਵੀ ਆ ਜਾਊਗਾ ਸਾਡੇ ਟੋਟਲ ਦੋਨੇ ਵਾਈਂਡਿੰਗ ਦਾ। ਤਾਂ ਦੋਨੇ ਵਾਈਂਡਿੰਗ ਦਾ ਇੱਕ ਤਾਂ ਅਸੀਂ ਇੰਪੀਡੈਂਸ ਕੱਢ ਲਿਆ, ਇੱਕ ਵਾਈਂਡਿੰਗ ਦੀ ਰੈਜ਼ਿਸਟੈਂਸ ਕੱਢ ਲਈ। ਰਹਿ ਗਈ ਸਾਡੀ ਸਿਰਫ ਇੱਕ ਚੀਜ਼ ਰਹਿ ਗਈ, ਕੀ ਰਹਿ ਗਈ, ਇਕੱਲੀ ਰਿਐਕਟੈਂਸ ਰਹਿ ਗਈ। ਤਾਂ ਜਦੋਂ ਤੁਹਾਨੂੰ ਇੰਪੀਡੈਂਸ ਵੀ ਪਤਾ ਹੋਵੇ, ਰੈਜ਼ਿਸਟੈਂਸ ਵੀ ਪਤਾ ਹੋਵੇ, ਤਾਂ ਰਿਐਕਟੈਂਸ ਕਿਵੇਂ ਕੱਢ ਸਕਦੇ ਹਾਂਗੇ, ਰਿਐਕਟੈਂਸ ਕੱਢ ਸਕਦੇ ਹਾਂ Z1E ਦਾ ਸਕੇਅਰ ਮਾਈਨਸ R1E ਦਾ ਸਕੇਅਰ। ਜੇ ਰੈਫਰਡ ਵੈਲਿਊਜ਼ ਨਹੀਂ ਪਤਾ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ, ਪ੍ਰਾਈਵੇਟ ਵੀਡੀਓ ਨੂੰ ਮੈਂ ਪਬਲਿਕ ਕਰ ਦੂੰਗਾ, ਉਹਦੇ ਵਿੱਚ ਜਾ ਕੇ ਦੇਖ ਲਿਓ ਰੈਫਰਡ ਵੈਲਿਊਜ਼ ਕੀ ਹੁੰਦੀਆਂ ਨੇ। ਤਾਂ ਇਹਦਾ ਮਤਲਬ ਕੀ ਹੈ ਰਾਜੇ, ਇੱਥੋਂ ਸਾਡੇ ਕੋਲੇ ਕੀ ਨਿਕਲਦਾ ਹੈਗਾ, ਇੱਥੋਂ ਸਾਡੇ ਕੋਲੇ ਨਿਕਲਦਾ ਹੈਗਾ ਵੀ ਜਿਹੜਾ ਸਾਡਾ ਸ਼ਾਰਟ ਸਰਕਟ ਟੈਸਟ ਹੁੰਦਾ, ਨਾ ਸਿਰਫ ਉਹ ਸਾਨੂੰ ਕਾਪਰ ਲਾਸ ਦਿੰਦਾ ਹੈਗਾ, ਨਾ ਸਿਰਫ ਉਹ ਸਾਨੂੰ ਕਾਪਰ ਲਾਸ ਦਿੰਦਾ ਹੈਗਾ, ਬਲਕਿ ਰੈਜ਼ਿਸਟੈਂਸ ਜਿਹੜੀ ਸਾਡੀ ਵਾਈਂਡਿੰਗ ਹੁੰਦੀਆਂ ਨੇ, ਵਾਈਂਡਿੰਗ ਦੀ ਰੈਜ਼ਿਸਟੈਂਸ ਕੀ ਹੋਏਗੀ, ਵਾਈਂਡਿੰਗ ਦੀ ਰਿਐਕਟੈਂਸ ਕੀ ਹੋਏਗੀ, ਤੇ ਇਹਨਾਂ ਦੇ ਦੋਨਾਂ ਟੋਟਲ ਜਿਹੜਾ ਹੁੰਦਾ ਹੈਗਾ ਇੰਪੀਡੈਂਸ ਕੀ ਹੋਏਗੀ, ਇਹ ਵੀ ਦੱਸਦਾ। ਤੇ ਵਾਈਂਡਿੰਗ ਦੇ ਜਿਹੜੇ ਕੰਪੋਨੈਂਟ ਹੁੰਦੇ ਹੈਗੇ, ਤੁਹਾਨੂੰ ਪਤਾ ਇਹ ਕਿਹੜੇ ਕੰਪੋਨੈਂਟ ਕਹਿੰਦੇ ਇਹਨੂੰ ਆਪਾਂ, ਸੀਰੀਜ਼ ਕੰਪੋਨੈਂਟਸ। ਯਾਦ ਰੱਖਿਓ ਰਾਜੇ, ਜਿਹੜੇ ਸਾਡੇ ਕੋਰ ਦੇ ਕੰਪੋਨੈਂਟ ਹੁੰਦੇ ਉਹਨਾਂ ਆਪਾਂ ਸ਼ੰਟ ਕੰਪੋਨੈਂਟਸ ਕਹਿੰਦੇ ਆਂਗੇ, ਠੀਕ ਹੈ ਜੀ। ਤੇ ਜਿਹੜੇ ਵਾਈਂਡਿੰਗ ਦੇ ਹੁੰਦੇ ਉਹਨਾਂ ਆਪਾਂ ਸੀਰੀਜ਼ ਕੰਪੋਨੈਂਟ ਕਹਿੰਦੇ ਆ। ਤਾਂ ਮਤਲਬ ਕੀ ਹੈਗਾ, ਇਹ ਸਾਡਾ ਟੈਸਟ ਕਾਹਦੇ ਵਾਸਤੇ ਯੂਜ਼ ਕਰਦੇ ਹਾਂ ਅਸੀਂ, ਸੀਰੀਜ਼ ਕੰਪੋਨੈਂਟ ਫਾਈਂਡ ਆਊਟ ਕਰਨ ਵਾਸਤੇ। ਓਕੇ ਜੀ। ਤਾਂ ਇਸ ਨੂੰ ਧਿਆਨ ਨਾਲ ਦੇਖ ਲਓ, ਇਹਦੇ ਵਿੱਚ ਕੁਝ ਵੀ ਪੁੱਛਣਾ ਹੋਇਆ ਬੱਚਿਓ ਕਮੈਂਟ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਓ, ਮੈਂ ਦੱਸ ਦੂੰਗਾ। ਮੈਂ ਇੱਕ ਵਾਰੀ ਲਾਸਟ ਵਾਰੀ ਰਿਪੀਟ ਕਰਨ ਲੱਗਿਆ ਵੀ ਸਾਡੇ ਕੋਲ ਇਹ ਜਿਹੜਾ ਟੈਸਟ ਹੈਗਾ ਰਿਡਿਊਸਡ ਵੋਲਟੇਜ ਟੈਸਟ ਆ। ਰਿਡਿਊਸਡ ਵੋਲਟੇਜ ਟੈਸਟ ਆ, ਕਿੱਧਰਲੇ ਪਾਸੇ ਪਰਫਾਰਮ ਕੀਤਾ ਜਾਂਦਾ ਹੈਗਾ, ਹਾਂਜੀ HV ਵਾਲੇ ਪਾਸੇ ਪਰਫਾਰਮ ਕੀਤਾ ਜਾਂਦਾ ਹੈਗਾ। ਤੇ LV ਵਾਈਂਡਿੰਗ ਜਿਹੜੀ ਹੈ ਸਾਡੀ ਇਹ ਸ਼ਾਰਟ ਕੀਤੀ ਜਾਂਦੀ ਹੈ। ਦੂਜਾ 3 ਨੰਬਰ ਵਿੱਚ ਹੋਰ ਕੀ ਯਾਦ ਕੀਤਾ ਸੀ, ਵਾਟ ਮੀਟਰ ਜਿਹੜਾ ਯੂਜ਼ ਕਰਨਾ ਸੀ, ਹਾਈ ਪਾਵਰ ਫੈਕਟਰ ਵਾਟ ਮੀਟਰ ਯੂਜ਼ ਕਰਨਾ। 4 ਨੰਬਰ ਹੋਰ ਕੀ ਹੈ ਰਾਜੇ, ਕੀ ਫਾਈਂਡ ਆਊਟ ਕਰਦੇ ਹੈਗੇ, ਕਾਪਰ ਲਾਸ ਪਲੱਸ ਵਾਈਂਡਿੰਗ ਦੇ ਕੰਪੋਨੈਂਟਸ, ਵਾਈਂਡਿੰਗ ਦੀ ਰੈਜ਼ਿਸਟੈਂਸ ਤੇ ਵਾਈਂਡਿੰਗ ਦਾ ਰਿਐਕਟੈਂਸ, ਸੀਰੀਜ਼ ਕੰਪੋਨੈਂਟ ਆਫ ਵਾਈਂਡਿੰਗ, ਸੀਰੀਜ਼ ਕੰਪੋਨੈਂਟ ਆਫ ਬੋਥ ਵਾਈਂਡਿੰਗਸ। ਇਹ ਸਾਰਾ ਕੁਝ ਕੱਢਦੇ ਆ ਰਾਜੇ ਤਾਂ ਆਪਾਂ ਇਸ ਟੈਸਟ ਦੇ ਵਿੱਚੋਂ। ਇੱਕ ਗੱਲ ਕੀ ਹੈ, ਅਸੀਂ ਵਾਟ ਮੀਟਰ ਠੀਕ ਹੈ ਰਾਜੇ, ਇਹ ਤਾਂ ਲਿਖੇ ਰਿਹਾ ਸੀ। ਕਲੀਅਰ ਹੋਈ ਨਹੀਂ ਗੱਲਾਂ। ਇਹਦਾ ਇੱਕ ਨੂਮੈਰੀਕਲ ਕਰਵਾ ਦੂੰਗਾ, ਇਹਦੇ ਕੁਝ ਨੂਮੈਰੀਕਲ ਨੇ ਰਾਜੇ ਜੀ। ਸ਼ਾਰਟ ਸਰਕਟ ਟੈਸਟ ਹੋ ਗਿਆ, ਹੁਣ ਅਸੀਂ ਓਪਨ ਤੇ ਸ਼ਾਰਟ ਦੋਨਾਂ ਨੂੰ ਇਕੱਠੇ ਕਰਕੇ ਇਹਦੇ ਨੂਮੈਰੀਕਲ ਕਰ ਦਿਆਂਗੇ। ਲਓ ਰਾਜੇ, ਆਹ ਤੁਹਾਡੇ ਕੋਲ ਨੂਮੈਰੀਕਲ ਨੇ, ਕੁਛ ਓਬਜੈਕਟਿਵ ਟਾਈਪ ਕੁਐਸਚਨ ਨੇਗੇ ਤੁਹਾਡੇ JV ਗੁਪਤਾ ਦੇ ਵਿੱਚੋਂ ਲੈਤੇ ਗਏ ਆ। ਕੀ ਹੈਗੇ ਦੇਖੋ, ਪਹਿਲਾ ਨੂਮੈਰੀਕਲ ਪੜ੍ਹੋ ਰਾਜੇ, ਪਹਿਲਾ ਨੂਮੈਰੀਕਲ ਕਹਿ ਰਿਹਾ, ਪਹਿਲਾ ਕੁਐਸਚਨ ਪੜ੍ਹੋ ਰਾਜੇ। ਪਹਿਲਾ ਕੁਐਸਚਨ ਕੀ ਕਹਿ ਰਿਹਾ ਹੈਗਾ, ਕਹਿੰਦਾ ਮੇਨ ਪਰਪਸ ਆਫ ਪਰਫਾਰਮਿੰਗ ਓਪਨ ਸਰਕਟ ਟੈਸਟ। ਓਪਨ ਸਰਕਟ ਟੈਸਟ ਕਾਹਦੇ ਵਾਸਤੇ ਹੁੰਦਾ, ਕਾਪਰ ਲਾਸ ਤਾਂ ਸ਼ਾਰਟ ਨਾਲ ਹੁੰਦੇ ਹੈਗੇ, ਟੋਟਲ ਲਾਸ ਤਾਂ ਪਤਾ ਲੱਗ ਨਹੀਂ ਸਕਦੇ ਜਦ ਸਾਡੇ ਕੋਲ ਕਾਪਰ ਤਾਂ ਆਉਣੇ ਨਹੀਂ ਜੇ ਓਪਨ ਰੱਖਿਆ ਹੋਏਗਾ। ਕੀ ਆਊਗਾ ਬੱਚੇ, ਕੋਰ ਲਾਸ ਫਾਈਂਡ ਕਰਨਾ ਆਊਟ ਕਰਨ ਵਾਸਤੇ ਹੁੰਦਾ। ਓਪਨ ਸਰਕਟ ਟੈਸਟ ਇਨ ਟਰਾਂਸਫਾਰਮਰ ਇਜ਼ ਪਰਫਾਰਮਡ ਵਿਦ ਕੀ ਰੇਟਡ ਟਰਾਂਸਫਾਰਮਰ ਵੋਲਟੇਜ। ਓਪਨ ਸਰਕਟ ਦੇ ਵਿੱਚ ਤਾਂ ਸਾਨੂੰ ਜ਼ਰੂਰੀ ਆ ਵੀ ਫਲਕਸ ਸਾਡੀ ਆ ਜਿਹੜੀ ਉਹ ਰੇਟਡ ਫਲਕਸ ਸੈਟਅਪ ਹੋਵੇ। ਜੇ ਰੇਟਡ ਫਲਕਸ ਸੈਟ ਹੋਵੇ ਤਾਂ V/F ਦੀ ਰੇਸ਼ੋ ਵੀ ਸਾਡੀ ਰੇਟਡ ਹੀ ਹੋਣੀ ਚਾਹੀਦੀ ਹੈ। ਤਾਂ ਰੇਟਡ ਟਰਾਂਸਫਾਰਮਰ ਵੋਲਟੇਜ ਇਹ ਆ ਸਕਦਾ ਹੈਗਾ। ਰੇਟਡ ਟਰਾਂਸਫਾਰਮਰ ਕਰੰਟ ਨਾਲ ਤਾਂ ਕੋਈ ਲਿੰਕ ਹੀ ਨਹੀਂ ਹੈਗਾ, ਤਾਂ ਉਹ ਨੋ ਲੋਡ ਦੇ ਉੱਪਰ ਹੁੰਦਾ, ਤਾਂ ਕਰੰਟ ਦਾ ਰਾਜੇ ਹੁੰਦਾ ਹੀ ਨਹੀਂ। ਤਾਂ B ਆਪਸ਼ਨ ਤਾਂ ਗਲਤ ਹੋ ਗਈ। ਡਾਇਰੈਕਟ ਕਰੰਟ ਦੇਵਾਂਗੇ ਤਾਂ ਓਪਨ ਸਰਕਟ ਦੇ ਜਿਹੜੀ ਲਾਸਿਸ ਹੁੰਦੇ ਆ, ਹਿਸਟੈਰਿਸਿਸ ਤੇ ਐਡੀ ਕਰੰਟ ਕਿੰਨੇ ਹੋ ਜਾਣਗੇ, ਫਿਰ ਤਾਂ ਉਹ ਦੋਨੇ 0 ਹੋ ਜਾਣਗੇ। ਤਾਂ ਇਹ ਵੀ ਨਹੀਂ ਆ ਸਕਦਾ ਹੈਗਾ। ਹਾਈ ਫ੍ਰੀਕੁਐਂਸੀ ਸਪਲਾਈ ਵੀ ਨਹੀਂ ਦੇ ਸਕਦੇ ਫਿਰ ਆਪਣਾ। ਤਾਂ ਸਾਡੇ ਕੋਲ ਆਂਸਰ ਕੀ ਆ ਗਿਆ ਰਾਜੇ, ਸਾਡੇ ਕੋਲ ਰੇਟਡ ਟਰਾਂਸਫਾਰਮਰ ਵੋਲਟੇਜ ਦਿੰਦੇ ਆ।
ਨਾਲ ਇਹਦੇ ਜੀ ਸਾਨੂੰ ਫ੍ਰੀਕੁਐਂਸੀ ਪੁੱਛਿਆ ਹੋਵੇ ਉਹ ਵੀ ਰੇਟਡ ਰਾਜੇ, ਫ੍ਰੀਕੁਐਂਸੀ ਵੀ ਰੇਟਡ ਹੀ ਹੁੰਦੀ ਹੈਗੀ। ਠੀਕ ਹੈ ਜੀ, ਅੱਗੇ ਚਲੋ ਰਾਜੇ। ਦਾ ਓਪਨ ਸਰਕਟ ਟੈਸਟ ਇਜ਼ ਓਪਨ ਸਰਕਟ ਟੈਸਟ ਔਨ ਏ ਟਰਾਂਸਫਾਰਮਰ ਇਜ਼ ਪਰਫੋਰਮਡ ਬਾਏ ਐਕਸਾਈਟਿੰਗ ਦਾ ਲੋ ਵੋਲਟੇਜ ਵਾਈਂਡਿੰਗ। ਕਹਿੰਦਾ ਲੋ ਵੋਲਟੇਜ ਵਾਈਂਡਿੰਗ ਦੇ ਵਾਲੇ ਪਾਸੇ ਹੀ ਇੰਸਟਰੂਮੈਂਟਸ ਕਿਉਂ ਲਗਾਉਣੇ, ਅਸੀਂ ਹਾਈ ਵਾਈਂਡਿੰਗ ਨੂੰ ਅਸੀਂ ਕੀ ਕਰਦੇ ਹਾਂ, ਓਪਨ ਕਰ ਦਿਆਂਗੇ। ਉਹਦਾ ਕਾਰਨ ਇਹ ਹੁੰਦਾ ਹੈਗਾ ਵੀ ਨੋ ਲੋਡ ਦੇ ਵਿੱਚ ਸਾਡਾ ਜਿਹੜਾ ਕਰੰਟ ਹੁੰਦਾ ਹੈਗਾ ਉਹ ਬਹੁਤ ਜ਼ਿਆਦਾ ਥੋੜ੍ਹਾ ਹੁੰਦਾ, ਅਤੇ ਜੇ ਕਿਤੇ ਐਚ ਵੀ ਵਾਈਂਡਿੰਗ ਵਾਲੇ ਪਾਸੇ ਅਸੀਂ ਇੰਸਟਰੂਮੈਂਟ ਲਗਾਵਾਂਗੇ, ਐਚ ਵੀ ਵਾਲੇ ਪਾਸੇ ਤਾਂ ਜਿਹੜਾ ਕਰੰਟ ਹੁੰਦਾ ਉਹ ਵੈਸੇ ਹੀ ਘੱਟ ਹੁੰਦਾ ਹੈਗਾ। ਇੱਕ ਤਾਂ ਫੁੱਲ ਲੋਡ ਕਰੰਟ ਹੀ ਘੱਟ ਹੁੰਦਾ, ਜੇ ਫੁੱਲ ਲੋਡ ਕਰੰਟ ਘੱਟ ਹੁੰਦਾ ਜੇ ਨੋ ਲੋਡ ਕਰੰਟ ਤਾਂ ਫਿਰ ਬਿਲਕੁਲ ਨਹੀਂ ਹੋਣਾ ਹੈਗਾ। ਤਾਂ ਇਹਨੂੰ ਅਸੀਂ ਐਰਰ ਬਹੁਤ ਆਊਗਾ ਬੱਚੇ, ਇਹ ਵੈਲਿਊ ਇੰਨੀ ਸਫੀਸ਼ੀਐਂਟ ਨਹੀਂ ਹੋਣੀ ਵੀ ਸਾਨੂੰ ਆਨਸਰ ਦੇ ਸਕੇ। ਤਾਂ ਦੇਖ ਲਓ ਜੀ, ਇਟ ਡਰਾ ਲੋ ਵੋਲਟੇਜ ਵਾਈਂਡਿੰਗ ਦੇ ਫਾਇਦੇ ਦੇਖੋ ਕੀ ਕਹੇ ਹੋਏ ਨੇ। ਇਟ ਡਰਾ ਸਫੀਸ਼ੀਐਂਟ ਲਾਰਜ ਨੋ ਲੋਡ ਕਰੰਟ ਵਿਚ ਕੈਨ ਬੀ ਕਨਵੀਨੀਅੰਟਲੀ ਮੈਜਰਡ। ਤਾਂ ਪਹਿਲਾਂ ਹੀ ਆਨਸਰ ਆਊਗਾ ਬੱਚੇ ਦਾ। ਕਹਿੰਦਾ ਰਿਕੁਆਇਰਡ ਪਾਵਰ ਇਨਪੁਟ ਇਜ਼ ਲੋ। ਅੱਛਾ, ਇੱਥੇ ਇੱਕ ਕੁਐਸਚਨ ਬਣਦਾ ਹੈਗਾ, ਇਹਦੇ ਨਾਲ ਮੈਂ ਇੱਕ ਕੁਐਸਚਨ ਹੋਰ ਆਬਜੈਕਟਿਵ ਟਾਈਪ ਕੁਐਸਚਨ ਕਲੀਅਰ ਕਰਨ ਲੱਗਿਆ ਗਾ। ਇਹ ਰਾਜੇ ਐਲ ਵੀ ਵਾਈਂਡਿੰਗ ਆ, ਇਹ ਐਚ ਵੀ ਵਾਈਂਡਿੰਗ ਆ। ਜਦੋਂ ਐਲ ਵੀ ਵਾਈਂਡਿੰਗ ਵਾਲੇ ਪਾਸੇ ਅਸੀਂ ਇੰਸਟਰੂਮੈਂਟਸ ਲਗਾਏ, ਸਾਡੇ ਕੋਲ 20 ਵਾਟ ਆਏ ਰਾਜੇ ਲੌਸਿਸ। ਜੇ ਅਸੀਂ ਇੱਧਰੋਂ ਲਗਾਵਾਂਗੇ ਐਚ ਵੀ ਵਾਲੇ ਪਾਸੇ ਦੇ ਇੰਸਟਰੂਮੈਂਟ ਲਗਾ ਲਾਂਗੇ ਇੱਧਰ, ਜੇ ਕਿੰਨੀ ਪਾਵਰ ਆਊਗੀ, 20 ਵਾਟ ਆਊ, ਵੱਧ ਆਊ ਘੱਟ ਆਊ, ਪਾਵਰ ਕੰਜ਼ਿਊਮ ਕਿੰਨੀ ਹੋਊਗੀ, 20 ਵਾਟ ਹੀ ਹੋਏਗੀ। 20 ਵਾਟ ਕਿਉਂ ਹੋਏਗੀ, ਕਿਉਂਕਿ ਚਾਹੇ ਤੁਸੀਂ ਕਿਸੇ ਪਾਸੇ ਮਰਜ਼ੀ ਐਕਸਾਈਟ ਕਰੋ, ਹੋਣਾ ਕੀ ਨੇ, ਐਕਸਾਈਟ ਕੋਰ ਨੇ, ਤਾਂ ਕੋਰ ਦੇ ਵਿੱਚ ਜਿਹੜੇ ਲੌਸਿਸ ਹੋਣਗੇ ਉਹ ਤਾਂ ਸੇਮ ਹੀ ਹੋਣਗੇ ਨਾ, ਚਾਹੇ ਪ੍ਰਾਇਮਰੀ ਵਾਈਂਡਿੰਗ ਕਿਸੇ ਨੂੰ ਮਰਜ਼ੀ ਬਣਾ ਲਓ। ਅਤੇ ਇਹ ਕਹਿੰਦਾ ਰਿਕੁਆਇਰ ਇਨਪੁਟ ਲੋ ਹੁੰਦੀ ਆ, ਵੀ ਇਨਪੁਟ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ, ਇਨਪੁਟ ਤਾਂ ਸੇਮ ਹੀ ਜਾਊਗੀ ਚਾਹੇ ਤੁਸੀਂ ਕਿਸੇ ਪਾਸੇ ਮਰਜ਼ੀ ਦੇ ਲਓ। ਠੀਕ ਹੈ ਜੀ, ਇਟ ਇਜ਼ ਨਾਟ ਐਡਵਾਈਜ਼, ਇਹ ਵੀ ਨਹੀਂ ਹੈਗਾ ਵੋਲਟੇਜ। ਤਾਂ ਸਾਡਾ ਆਨਸਰ ਰਾਜੇ ਇਹ ਆ ਗਿਆ। ਅਗਲਾ ਦੇਖੋ ਜੀ, ਕਹਿੰਦਾ ਓਪਨ ਸਰਕਟ ਟੈਸਟ ਔਨ ਏ ਟਰਾਂਸਫਾਰਮਰ ਗਿਵ ਲੀਕੇਜ ਰਜਿਸਟੈਂਸ ਐਂਡ ਲੀਕੇਜ ਰਿਐਕਟੈਂਸ। ਲੀਕੇਜ ਇਕੁਇਵਲੈਂਟ ਰਜਿਸਟੈਂਸ ਐਂਡ ਲੀਕੇਜ ਰਿਐਕਟੈਂਸ। ਇਹ ਤਾਂ ਆਪਾਂ ਹੁਣੇ ਪੜ੍ਹ ਕੇ ਹਟਿਆ, ਲੀਕੇਜ ਰਿਐਕਟੈਂਸ ਜਿਹੜੀ ਹੁੰਦੀ ਇਹਨੂੰ ਐਕਸ ਨੂੰ ਕਹਿੰਦਾ ਉਹ। ਤਾਂ ਇਹ ਤਾਂ ਨਹੀਂ ਦਿੰਦਾ ਹੈਗਾ, ਉਹ ਇਹ ਨਹੀਂ ਦਿੰਦਾ ਹੈਗਾ। ਦੂਜਾ ਹੈਗਾ ਬੱਚੇ ਮੈਗਨੇਟਾਈਜ਼ਿੰਗ ਕਰੰਟ ਐਂਡ ਕੋਰ ਲੋਸ ਕੰਪੋਨੈਂਟ ਐਟ ਰੇਟਡ ਵੋਲਟੇਜ। ਇਹ ਹੈਗਾ ਬੱਚੇ ਮੈਗਨੇਟਾਈਜ਼ਿੰਗ ਕਰੰਟ ਐਂਡ ਕੋਰ ਲੋਸ ਐਟ ਰੇਟਡ ਵੋਲਟੇਜ, ਬੀ ਆਨਸਰ ਹੈਗਾ ਇਹਦਾ। ਕਾਪਰ ਲੋਸ ਤਾਂ ਦਿੰਦਾ ਹੀ ਨਹੀਂ ਹੈਗਾ ਓਪਨ ਸਰਕਟ ਟੈਸਟ, ਤਾਂ ਆਨਸਰ ਸਾਡਾ ਬੀ ਆ ਗਿਆ। ਬੋਥ ਬੀ ਐਂਡ ਸੀ ਵੀ ਨਹੀਂ ਹੈਗਾ। ਤਾਂ ਦੇਖੋ ਰਾਜੇ ਕੁਐਸਚਨ ਨੂੰ ਪਤਾ ਲੱਗ ਗਿਆ। ਅਗਲਾ ਕੁਐਸਚਨ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਵੈਲਿਡ। ਕਹਿੰਦਾ ਇਨ ਓਪਨ ਸਰਕਟ ਟੈਸਟ ਕਾਪਰ ਲੋਸ ਆਰ ਅਬਟੇਨਡ। ਓਪਨ ਸਰਕਟ ਦੇ ਵਿੱਚ ਕਾਪਰ ਲੋਸ ਅਬਟੇਨਡ ਹੋ ਸਕਦੇ ਆ, ਨਹੀਂ ਹੋ ਸਕਦੇ। ਇੱਥੇ ਛੱਡ ਦਿਓ ਸਟੇਟਮੈਂਟ ਨੂੰ, ਪੜ੍ਹਨਾ ਅਗਲਾ ਪੜ੍ਹਦੇ ਹੀ ਨਹੀਂ ਸੀ। ਇਨ ਏ ਓਪਨ ਸਰਕਟ ਟੈਸਟ ਕਰੰਟ ਇਜ਼ ਡਰਾਨ ਐਟ ਹਾਈ ਪਾਵਰ ਫੈਕਟਰ। ਓਪਨ ਸਰਕਟ ਦੇ ਵਿੱਚ ਪਾਵਰ ਫੈਕਟਰ ਹਾਈ ਹੁੰਦਾ ਹੈਗਾ, ਨਹੀਂ ਹੁੰਦਾ। ਇਨ ਸ਼ਾਰਟ ਸਰਕਟ ਟੈਸਟ ਕਰੰਟ ਡਰਾਨ ਇਜ਼ ਐਟ ਜ਼ੀਰੋ ਪਾਵਰ ਫੈਕਟਰ। ਇਹਨੂੰ ਦੇਖ ਰਹੇ ਨੇ, ਪਤਾ ਨਹੀਂ ਇਹਦੇ ਬਾਰੇ ਕੀ, ਆਪਾਂ ਅੱਗੇ ਚੱਲਦੇ ਆਂਗੇ। ਜ਼ੀਰੋ ਪਾਵਰ ਫੈਕਟਰ ਤਾਂ ਵੈਸੇ ਹੁੰਦਾ ਨਹੀਂ ਹੈਗਾ, ਪਾਵਰ ਫੈਕਟਰ ਤਾਂ ਵਧੀਆ ਹੁੰਦਾ ਹੈਗਾ। ਅਗਲੀ ਲਾਈਨ ਪੜ੍ਹਦੇ ਹਾਂ ਵੀ ਸ਼ਾਇਦ ਅਗਲੀ ਲਾਈਨ ਬਿਲਕੁਲ ਹੀ ਸਹੀ ਹੋਵੇ, ਸਾਨੂੰ ਇਹਦੇ ਲੋੜ ਇੰਨਾ ਪਵੇ, ਕਿਉਂਕਿ ਓਬਜੈਕਟਿਵ ਟਾਈਪ ਕੁਐਸਚਨ ਅਸੀਂ ਇਸੇ ਤਰੀਕੇ ਨਾਲ ਸੋਲਵ ਕਰਨਾ ਹੁੰਦਾ ਵੀ ਜਿਹਦੇ ਬਾਰੇ ਪ੍ਰੋਪਰ ਪਤਾ ਪਹਿਲਾਂ ਅਸੀਂ ਉਹਨਾਂ ਲਾਈਨਾਂ ਨੂੰ ਪੜ੍ਹੋ, ਜਾਂ ਜਿਹੜੇ ਅਸੀਂ ਈਵਨ ਆਊਟ ਕਰ ਸਕਦੇ, ਜਿਹੜੇ ਕੁਐਸਚਨ ਨੂੰ ਬਿਲਕੁਲ ਜਿਹੜੇ ਗਲਤ ਨੇ ਉਹ ਆਪਸ਼ਨਾਂ ਨੂੰ ਬਿਲਕੁਲ ਆਊਟ ਕਰੋ। ਕਹਿੰਦਾ ਇਨ ਏ ਓਪਨ ਸਰਕਟ ਟੈਸਟ ਕਰੰਟ ਡਰਾਨ ਐਟ ਲੋ ਪਾਵਰ ਫੈਕਟਰ। ਆ ਦੇਖੋ ਰਾਜੇ ਬਣੀ ਬਣਾਈ ਤੁਹਾਨੂੰ ਦਿੱਤੀ ਹੋਈ ਹੈਗੀ, ਬਣਿਆ ਬਣਾਇਆ ਪਿਆ ਨਾ ਜੀ। ਓਪਨ ਸਰਕਟ ਟੈਸਟ ਦੇ ਵਿੱਚ ਜਿਹੜਾ ਕਰੰਟ ਹੁੰਦਾ ਉਹ ਲੋ ਪਾਵਰ ਫੈਕਟਰ 'ਤੇ ਹੁੰਦਾ, ਬਿਲਕੁਲ ਹੁੰਦਾ ਜੀ। ਆਹ ਦੇਖੋ ਜੀ ਅਗਲਾ ਕੁਐਸਚਨ ਦੇਖੋ, 75 ਨੰਬਰ ਕੁਐਸਚਨ। ਵੈਨ ਏ ਨੋ ਲੋਡ ਟੈਸਟ ਇਜ਼ ਕੈਰੀਡ ਆਊਟ ਔਨ ਐਚ ਵੀ ਸਾਈਡ। ਐਚ ਵੀ ਸਾਈਡ ਦੇ ਉੱਪਰ ਰਾਜੇ ਲਗਾਇਆ। ਅੱਛਾ, ਇੱਕ ਗੱਲ ਹੋਰ ਯਾਦ ਰੱਖਿਓ, ਅਸੀਂ ਕਿਹਾ ਹੈਗਾ ਨੋ ਲੋਡ ਜਿਹੜਾ ਹੁੰਦਾ ਹੈਗਾ, ਨੋ ਲੋਡ ਕਿੱਧਰਲੇ ਪਾਸੇ ਪਰਫੋਰਮ ਕਰਦੇ ਹਾਂ, ਐਚ ਵੀ ਦੇ ਉੱਪਰ ਕਰਦੇ ਹਾਂ ਨਾ। ਐਲ ਵੀ ਨੂੰ ਆਪਾਂ ਓਪਨ ਕਰਦੇ ਹਾਂ ਕਿ ਐਲ ਵੀ 'ਤੇ ਕਰਦੇ ਹਾਂ ਨੋ ਲੋਡ, ਐਲ ਵੀ 'ਤੇ ਕਰਦੇ ਹਾਂ ਜੀ ਨੋ ਲੋਡ। ਨੋ ਲੋਡ ਟੈਸਟ ਅਸੀਂ ਐਲ ਵੀ 'ਤੇ ਪਰਫੋਰਮ ਕਰਦੇ ਹਾਂ, ਐਚ ਵੀ ਨੂੰ ਅਸੀਂ ਕੀ ਕਰਦੇ ਆਂਗੇ, ਓਪਨ ਕਰਦੇ ਹਾਂ। ਤਾਂ ਜੇ ਬਾਈ ਚਾਂਸ ਉਹ ਬੁੱਕ ਦੇ ਵਿੱਚ ਕਹਿ ਦੇਵੇ ਵੀ ਅਸੀਂ ਟੈਸਟ ਇੱਧਰ ਐਚ ਵੀ ਵੱਲ ਪਰਫੋਰਮ ਕਰ ਰਹੇ ਹਾਂ, ਤਾਂ ਉਹਦੀ ਗੱਲ ਤਾਂ ਅਸੀਂ ਮੰਨ ਲੈਣੀ ਹੈਗੀ, ਉਹਨੂੰ ਨਹੀਂ ਅਸੀਂ ਕੰਟਰਾਡਿਕਟ ਕਰਨਾ। ਜੇ ਉਹ ਪੁੱਛ ਲਵੇ ਵੀ ਕਿੱਧਰ ਕਰਦੇ ਆ, ਫਿਰ ਠੀਕ ਹੈ ਰਾਜੇ, ਵੀ ਪਰਫੋਰਮ ਕਿੱਧਰ ਕਰਦੇ ਆ, ਐਲ ਵੀ ਦੇ ਉੱਪਰ। ਜੇ ਉਹ ਧੱਕੇ ਨਾਲ ਐਚ ਵੀ ਦੇ ਉੱਪਰ ਪਰਫੋਰਮ ਕਰ ਰਿਹਾ ਹੋਵੇ, ਉਹਦੀ ਹੈਡੇਕ ਆ ਗਈ, ਉਹਨੂੰ ਕਰੰਟ ਮੇਜਰ ਉਹ ਤੋਂ ਹੋਊਗਾ ਨਹੀਂ ਹੋਊਗਾ, ਅਗਲੇ ਨੇ ਇੰਸਟਰੂਮੈਂਟ ਮਹਿੰਗੇ ਲਗਾਏ ਹੋਣਗੇ, ਇਹ 'ਚ ਕੀ ਦਿੱਕਤ ਆ ਗਈ, ਅਗਲਾ ਕਰ ਰਿਹਾ ਕਰ ਲੈਣ ਦਿਓ, ਪਰ ਆਪਾਂ ਨਹੀਂ ਕਦੇ ਕਰਨਾ ਹੈਗਾ। ਓਕੇ ਜੀ। ਤਾਂ ਉਹ ਕੀ ਕਹਿੰਦਾ ਪਹਿਲਾਂ ਕੀ ਕੀਤਾ ਤੁਸੀਂ, ਐਚ ਵੀ ਸਾਈਡ ਤੁਹਾਡੀ ਇਹ ਹੈਗੀ, ਐਚ ਵੀ ਸਾਈਡ ਦੇ ਉੱਪਰ ਟੈਸਟ ਕੀਤਾ। ਮੰਨ ਲਓ ਇੰਸਟਰੂਮੈਂਟ ਸਾਈਡ ਦਾ ਮਤਲਬ ਇੱਕ ਆ ਟਰਾਂਸਫਾਰਮਰ ਹੈਗਾ, ਐਚ ਵੀ ਸਾਈਡ ਸਾਡੀ ਕਿੰਨੀ ਹੈਗੀ, 1000 ਵੋਲਟ, ਇੱਧਰਲੇ ਪਾਸੇ ਤੁਹਾਡਾ ਕਿੰਨਾ ਹੈਗਾ, 100 ਵੋਲਟ। ਕਹਿੰਦਾ 100 ਵੋਲਟ ਵਾਈਂਡਿੰਗ ਓਪਨ, ਚਲੋ ਇਹਨੂੰ ਓਪਨ ਕਰ ਲਿਆ, ਕਹਿੰਦਾ ਇੱਧਰਲੇ ਪਾਸੇ ਟੈਸਟ ਕਰ ਲਿਆ।
ਦ ਵਾਟ ਮੀਟਰ ਰੀਡਸ 110 ਵਾਟ। ਜਿਹੜਾ ਇੱਥੇ ਵਾਟ ਮੀਟਰ ਲਗਾਇਆ ਇੱਕ, ਉਹਦੇ ਉੱਪਰ 110 ਵਾਟ ਆਇਆ। 110 ਵਾਟ ਕਾਹਦੇ ਆਏ ਨੇ, ਕੀ ਆਇਆ ਹੈਗਾ ਇਹ ਸਾਡੇ ਆਏ ਕੋਰ ਲਾਸ, ਕਿਉਂਕਿ ਓਪਨ ਸਰਕਟ ਟੈਸਟ ਕਰ ਰਹੇ ਹਾਂ, ਠੀਕ ਹੈ। ਇਫ ਇਟ ਇਜ਼ ਰਿਪੀਟਡ ਔਨ LV ਸਾਈਡ, ਜੇ ਕਹਿੰਦਾ LV ਸਾਈਡ ਦੇ ਉੱਪਰ ਰਿਪੀਟ ਕਰੀਏ ਇਹਨੂੰ ਆਪਾਂ, ਜੇ ਇੱਧਰਲੇ ਪਾਸੇ ਐਮੀਟਰ ਤੇ ਵੋਲਟ ਮੀਟਰ ਲਗਾਈਏ ਤੇ ਇਹਨੂੰ ਅਸੀਂ ਕਰੀਏ ਓਪਨ, ਇਹਨੂੰ ਅਸੀਂ ਓਪਨ ਕਰੀਏ ਇੱਧਰਲੇ ਪਾਸੇ ਨੂੰ। ਹੁਣ ਜੇ ਕਹਿੰਦਾ ਬਦਲ ਦਈਏ ਸਾਈਡ, ਤਾਂ ਤੁਹਾਡੇ ਜਿਹੜੇ ਲੋਸਿਸ ਹੋਣਗੇ ਉਹ ਵਧਣਗੇ ਕਿ ਘਟਣਗੇ? ਹੁਣੇ ਆਪਾਂ ਕਰ ਕੀ ਆਏ ਹਾਂ ਕੁਐਸਚਨ, ਜਿੰਨੇ ਤੁਹਾਡੇ HV ਸਾਈਡ ਦੇ ਉੱਪਰ ਆਉਣਗੇ ਉਨੇ ਹੀ ਤੁਹਾਡੇ LV ਸਾਈਡ ਦੇ ਉੱਪਰ ਵੀ ਆਉਣਗੇ। ਲੋਸੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ ਬੱਚੇ। ਓਕੇ, ਆਹ ਕੁਐਸਚਨ ਮੇਰਾ ਫੇਵਰੇਟ ਕੁਐਸਚਨ ਆ ਬੱਚੇ, ਬੈਸਟ ਕੁਐਸਚਨ ਹੈਗਾ ਇਹ, ਜੇ ਕਿਸੇ ਨੇ ਟਰਾਂਸਫਾਰਮਰ ਨੂੰ ਸਮਝਣਾ ਹੈਗਾ। ਉਹ ਕਹਿੰਦਾ ਤੁਹਾਡੇ ਕੋਲੇ ਇਟ ਇਜ਼ ਡਿਜ਼ਾਇਰਡ ਟੂ ਮੇਜਰ ਦਾ ਪੈਰਾਮੀਟਰ, ਇਹ ਸਾਡਾ ਟਰਾਂਸਫਾਰਮਰ ਹੈਗਾ 2 KVA ਦਾ ਹੈਗਾ, ਸਿੰਗਲ ਫੇਸ ਟਰਾਂਸਫਾਰਮਰ ਆ, ਫੋਲੋਇੰਗ ਵਾਟ ਮੀਟਰ ਅਵੇਲੇਬਲ। 4 ਵਾਟ ਮੀਟਰ, ਇਹਨਾਂ ਦੇ ਵਿੱਚੋਂ ਕਿਹੜਾ ਵਾਟ ਮੀਟਰ ਆ, ਕਹਿੰਦਾ ਕਿਹੜਾ ਵਾਟ ਮੀਟਰ ਓਪਨ ਸਰਕਟ ਵਾਸਤੇ ਯੂਜ਼ ਕਰਨਾ, ਕਿਹੜਾ ਵਾਟ ਮੀਟਰ ਸ਼ਾਰਟ ਸਰਕਟ ਵਾਸਤੇ ਯੂਜ਼ ਕਰਨਾ। ਤਾਂ ਪਹਿਲਾਂ ਤਾਂ ਜਦੋਂ ਆਏਗੀ ਰਾਜੇ ਓਪਨ ਸਰਕਟ ਵਾਸਤੇ ਟੈਸਟ ਕਰਨ ਦੀ ਗੱਲ, ਓਪਨ ਸਰਕਟ ਟੈਸਟ ਕਰਨਾ ਹੋਊ, ਪਹਿਲੀ ਗੱਲ ਤਾਂ ਰਾਜੇ ਇਹ ਹੈਗੀ ਵੀ ਉਹਦੇ ਵਿੱਚ ਕਿਹੜਾ ਵਾਟ ਮੀਟਰ ਹੋਊਗਾ, ਲੋ ਪਾਵਰ ਫੈਕਟਰ ਵਾਲਾ ਹੋਊਗਾ ਕਿ ਹਾਈ ਪਾਵਰ ਫੈਕਟਰ ਵਾਲਾ? ਸੋਚੋ, ਲੋ ਪਾਵਰ ਫੈਕਟਰ ਹੋਊਗਾ ਰਾਜੇ, ਲੋ ਪਾਵਰ ਫੈਕਟਰ ਹੋਊ, ਕਿਉਂਕਿ ਨੋ ਲੋਡ ਦੇ ਵਿੱਚ ਪਾਵਰ ਫੈਕਟਰ ਕਿੰਨਾ ਹੁੰਦਾ, 0.25 ਹੁੰਦਾ। ਲੋ ਪਾਵਰ ਫੈਕਟਰ ਵਾਟ ਮੀਟਰ ਯੂਜ਼ ਕਰਾਂਗੇ। ਇਹਦਾ ਮਤਲਬ ਲੋ ਪਾਵਰ ਫੈਕਟਰ ਕੀ 'ਚ ਲਿਖਿਆ ਹੋਇਆ ਰਾਜੇ, ਇਹਨਾਂ ਦੋਨਾਂ 'ਚ, ਇੱਕ ਇਹ 'ਚ ਤੇ ਇੱਕ ਇਹ 'ਚ। ਇਹਦਾ ਮਤਲਬ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਹੈਗਾ ਕਾਹਦੇ ਵਾਸਤੇ, ਓਪਨ ਸਰਕਟ ਵਾਸਤੇ। ਤੇ ਇਹਨਾਂ ਦੋਨਾਂ 'ਚੋਂ ਆ ਜਿਹੜਾ ਸ਼ਾਰਟ ਸਰਕਟ ਇਹਨਾਂ ਦੋਨਾਂ 'ਚੋਂ ਇੱਕ ਹੈਗਾ ਹਾਈ, ਕਾਹਦੇ ਵਾਸਤੇ ਰਾਜੇ, ਇਹ ਸ਼ਾਰਟ ਸਰਕਟ ਵਾਸਤੇ। ਇਹਨਾਂ ਤਾਂ ਸਾਨੂੰ ਕਲੀਅਰ ਹੋ ਗਿਆ। ਹੁਣ ਦੇਖਣਾ ਗਾ ਅਸੀਂ ਵੋਲਟੇਜ ਵਾਸਤੇ। ਹੁਣ ਰਾਜੇ ਅਸੀਂ ਜਿਹੜਾ ਟੈਸਟ ਪਰਫਾਰਮ ਕਰਨਾ ਓਪਨ, ਪਹਿਲਾਂ ਇਹਨਾਂ ਦੋਨਾਂ ਦੇ ਵਿੱਚੋਂ ਨਾ ਪਹਿਲਾਂ ਅਸੀਂ ਓਪਨ ਸਰਕਟ ਟੈਸਟ ਵਾਸਤੇ ਕੱਢੋ ਵੀ W1 ਯੂਜ਼ ਕਰਨਾ ਕਿ W2 ਯੂਜ਼ ਕਰਨਾ। ਹੁਣ ਦੋਨਾਂ ਦੀ ਵੋਲਟੇਜ ਦਾ ਬਰਾਬਰ ਆ, ਤਾਂ ਵੋਲਟੇਜ ਦਾ ਤਾਂ ਕੋਈ ਰੌਲਾ ਹੀ ਨਹੀਂ ਹੈਗਾ। ਅਸੀਂ ਦੇਖਣਾ ਕਰੰਟ, ਵੀ ਕਿਹੜਾ ਵਾਟ ਮੀਟਰ ਹੈਗਾ ਜਿਹੜਾ ਸਾਡਾ, ਕਿਹੜਾ ਐਮੀਟਰ ਹੈਗਾ ਜਿਹੜਾ ਸਾਡਾ, ਕਿਹੜਾ ਐਮੀਟਰ ਹੈਗਾ ਜਿਹੜਾ ਵਧੀਆ ਕਰੰਟ ਮੇਜਰ ਕਰੇਗਾ। ਹੁਣ ਟਰਾਂਸਫਾਰਮਰ ਕਿੰਨੇ ਦਾ, ਦੇਖੋ ਰਾਜੇ ਅਸੀਂ ਟੈਸਟ ਕਿੱਧਰ ਕਰ ਰਹੇ ਹਾਂਗੇ, ਅਸੀਂ ਕਰ ਰਹੇ ਹਾਂਗੇ LV ਸਾਈਡ ਦੇ ਉੱਪਰ, ਹੈ ਨਾ, ਇੱਧਰ ਕਰ ਰਹੇ ਨਾ ਟੈਸਟ ਅਸੀਂ LV ਸਾਈਡ ਦੇ ਉੱਪਰ ਓਪਨ ਸਰਕਟ ਟੈਸਟ ਕਰਦੇ ਹੁੰਦੇ ਨੇ ਆਪਾਂ। LV ਸਾਈਡ ਦਾ ਪਹਿਲਾਂ ਤਾਂ ਸਾਨੂੰ ਕੱਢਣਾ ਪਏਗਾ ਰਾਜੇ ਕਰੰਟ, ਵੀ LV ਸਾਈਡ ਦੇ ਉੱਪਰ ਕਰੰਟ ਚਾਹੀਦਾ ਕਿੰਨਾ ਹੁੰਦਾ, ਫੁੱਲ ਲੋਡ ਕਰੰਟ ਕਿੰਨਾ ਹੈਗਾ, ਫੁੱਲ ਲੋਡ ਕਰੰਟ ਕੱਢਾਂਗੇ ਆਪਾਂ। ਤਾਂ LV ਸਾਈਡ ਦੇ ਉੱਪਰ ਸਾਡਾ ਫੁੱਲ ਲੋਡ ਕਰੰਟ ਕਿੰਨਾ ਹੈਗਾ, 2000 ਨੂੰ ਡਿਵਾਈਡ ਕਰਾਂਗੇ ਰਾਜੇ 115 ਦੇ ਨਾਲ। ਤਾਂ ਜਦੋਂ 2000 ਨੂੰ ਆਪਾਂ 115 ਨਾਲ ਡਿਵਾਈਡ ਕਰਾਂਗੇ, ਇਹਨੂੰ ਰਾਜੇ ਕੈਲਕੂਲੇਟਰ ਦੇ ਉੱਪਰ ਕਰਕੇ ਦੇਖ ਲਿਓ ਵੀ ਕਿੰਨਾ ਆਊਗਾ। ਕੈਲਕੂਲੇਟਰ ਤੇ ਦੇਖਿਓ ਬੱਚੇ, ਕਰਕੇ ਆਪਣਾ ਕਰਕੇ ਦੇਖੋ ਕਿੰਨਾ ਬਣਦਾ ਪਿਆ ਹੈਗਾ। 2000 ਨੂੰ ਡਿਵਾਈਡ ਕਰਾਂਗੇ ਆਪਾਂ 115 ਵੋਲਟ ਨਾਲ, ਤਾਂ ਲਗਭਗ ਇਹ ਸਾਡਾ 17 ਐਂਪੀਅਰ ਕਰੰਟ ਬਣਦਾ ਪਿਆ ਹੈਗਾ। 17 ਐਂਪੀਅਰ ਰੇਟਡ ਕਰੰਟ ਜਿਹੜਾ ਬਣਦਾ ਪਿਆ। ਤਾਂ 17 ਐਂਪੀਅਰ ਕੀ ਹੈਗਾ, ਰੇਟਡ ਕਰੰਟ ਆ। ਬਟ ਸਾਨੂੰ ਚਾਹੀਦਾ ਕਿਹੜਾ ਹੁੰਦਾ ਰਹੇ, ਸਾਨੂੰ ਤਾਂ ਚਾਹੀਦਾ ਹੈਗਾ ਨੋ ਲੋਡ ਕਰੰਟ। ਸਾਰਾ ਤਾਂ ਕਰੰਟ ਫਲੋ ਹੋਣਾ ਨਹੀਂ ਓਪਨ ਸਰਕਟ ਵੇਲੇ, ਤਾਂ ਨੋ ਲੋਡ ਕਿੰਨਾ ਕੁ ਹੁੰਦਾ ਰਹੇ, 5% ਜਾਂ 10% ਹੁੰਦਾ ਹੈਗਾ। ਤਾਂ 5% ਜਿਹਦਾ ਕਰੀਏ ਆਪਾਂ 17 ਦਾ ਰਾਜੇ, 17 ਦਾ 5% ਕਰਿਓ, 5%। ਜੇ 10% ਕਰਦੇ 1.7 ਆਉਣਾ ਸੀ। 1.7 ਦਾ ਅੱਧ ਕਿੰਨਾ ਰਾਜੇ, ਇਹਦਾ ਪੁਆਇੰਟ ਇਹ ਲੈ ਲਓ ਵੀ 0.9 ਦੇ ਨੇੜੇ ਤੇਰੇ ਆ ਰਿਹਾ। ਇਹਦਾ ਮਤਲਬ ਸਾਨੂੰ ਨੋ ਲੋਡ ਕਰੰਟ ਕਿੰਨਾ ਚਾਹੀਦਾ, ਉਹ 0.9 ਕੰਪੇਅਰ ਚਾਹੀਦਾ ਉਹ। ਤਾਂ ਅਸੀਂ ਰਾਜੇ 5 ਐਂਪੀਅਰ ਵਾਲਾ ਸੈਟਅਪ ਯੂਜ਼ ਕਰੀਏ ਕਿ 10 ਐਂਪੀਅਰ ਵਾਲਾ, ਇਹਦਾ ਇੱਕ ਕਾਰਨ ਹੁੰਦਾ ਹੈਗਾ। ਸਪੋਜ਼ ਕਰੋ ਤੁਸੀਂ 2 ਐਂਪੀਅਰ ਕਰੰਟ ਮੇਜਰ ਕਰਨਾ, ਤੁਹਾਡੇ ਕੋਲ ਇੱਕ ਐਮੀਟਰ ਹੈਗਾ 10 ਐਂਪੀਅਰ ਵਾਲਾ, ਇੱਕ ਐਮੀਟਰ ਹੈਗਾ ਤੁਹਾਡੇ ਕੋਲ 5 ਐਂਪੀਅਰ ਵਾਲਾ। ਤਾਂ ਦੋਨਾਂ ਦੇ ਵਿੱਚ ਤੁਸੀਂ ਤਰਜੀਹ ਦਿਓਗੇ ਕਿਹਨੂੰ, 5 ਵਾਲੇ ਨੂੰ। ਉਹਦਾ ਕਾਰਨ ਕੀ ਹੁੰਦਾ ਵੀ ਜਿੰਨੀ ਸਾਡੀ ਫੁੱਲ ਸਕੇਲ ਡਿਫਲੈਕਸ਼ਨ ਦੇ ਨੇੜੇ ਆਊਗੀ ਰੀਡਿੰਗ, ਓਨਾ ਸਾਡਾ ਐਰਰ ਕੀ ਹੋਏਗਾ, ਘੱਟ ਹੋਏਗਾ ਰਾਜੇ, ਲੈਸ ਹੋਏਗਾ। ਅਸਲ ਜਿਹੜਾ ਵਾਟ ਮੀਟਰ ਫੁੱਲ ਸਕੇਲ ਡਿਫਲੈਕਸ਼ਨ ਦੇ ਰਿਹਾ ਹੈਗਾ ਸਾਡਾ, ਜਿਹੜਾ ਨੇੜੇ ਤੇੜੇ ਹੈਗਾ, ਇਹਦੀ ਰੀਡਿੰਗ ਘੱਟੋ ਘੱਟ ਇੱਥੇ ਕਿ ਤਾਂ, ਜੇ ਆ 5 ਤੱਕ ਹੈਗੀ ਇਹਦੀ ਫੁੱਲ ਸਕੇਲ ਡਿਫਲੈਕਸ਼ਨ 5 ਹੈਗੀ, ਤਾਂ ਘੱਟੋ ਘੱਟ ਇੱਥੇ ਕਿ ਤਾਂ ਸੂਈ ਉੱਠੇਗੀ। ਜਿਹੜਾ 10 ਵਾਲਾ ਹੈਗਾ ਉਹ ਤਾਂ ਇੱਦਾਂ ਲਾ 0 ਤੋਂ ਲੈ ਕੇ 10 ਇੱਥੇ ਆ, ਉਹਦੀ ਸੂਈ ਦਾ 1 ਐਂਪੀਅਰ ਇੱਥੇ ਹੀ ਹੋਏਗਾ, ਸੂਈ ਤਾਂ ਉੱਠਣੀ ਨਹੀਂ ਹੈਗੀ ਰਾਜੇ। ਕਲੀਅਰ ਹੋਈ ਬੱਚੇ ਗੱਲ ਇਹ? ਤਾਂ ਅਸੀਂ ਇੱਥੋਂ ਸਾਡੇ ਕੋਲੇ ਹੁਣ ਇੱਕ ਗੱਲ ਨਿਕਲੇ ਸਾਡੀ ਵੀ W2 ਯੂਜ਼ ਕਰਨਾ ਗਾ, ਅਸੀਂ W2 ਯੂਜ਼ ਕਰਨਾ ਰਾਜੇ। W2 ਦੇ ਵਿੱਚ ਐਂਪੀਅਰ ਜਿਹੜਾ ਐਮੀਟਰ ਉਹ ਘੱਟ ਰਿਹਾ ਵਾਲਾ ਨਾ, ਤਾਂ ਸਾਨੂੰ ਤਾਂ ਚਾਹੀਦਾ 1 ਐਂਪੀਅਰ ਕਰੰਟ ਦਾ। 1 ਐਂਪੀਅਰ ਕਰੰਟ 5 ਐਂਪੀਅਰ ਵਾਲੇ ਐਮੀਟਰ ਨਾਲ ਵਧੀਆ ਮਾਪਿਆ ਜਾਊਗਾ ਐਜ਼ ਕੰਪੇਅਰ ਟੂ ਉੱਪਰਲੇ ਦੇ। ਤਾਂ ਅਸੀਂ ਕੀ ਨਿਕਲਿਆ ਸਾਡੇ ਕੋਲੇ ਵੀ W2 ਰਾਜੇ ਯੂਜ਼ ਕਰਾਂਗੇ ਅਸੀਂ। ਇੱਥੇ ਲਿਖ ਲਓ ਬੱਚੇ ਵੀ W2 ਆ ਜਿਹੜਾ ਅਸੀਂ ਯੂਜ਼ ਕੀਤਾ ਹੈਗਾ ਓਪਨ ਸਰਕਟ ਵਾਸਤੇ। ਹੁਣ ਇਹੀ ਸਾਰਾ ਕੁਝ ਕੱਢਦੇ ਹਾਂ ਅਸੀਂ ਸ਼ਾਰਟ ਵਾਸਤੇ। ਲਓ ਸ਼ਾਰਟ ਵਾਸਤੇ ਕੱਢਦੇ ਹਾਂ। ਇੱਕ ਵਾਰੀ ਦੁਬਾਰੇ ਜਿੰਨਾ ਘਾਚਾ ਮਾਚਾ ਮਾਰਿਆ ਸੀਗਾ ਨੂੰ ਇਹ
ਕਿਵੇਂ? ਪਹਿਲੀ ਗੱਲ ਤਾਂ ਅਸੀਂ ਇੱਥੋਂ ਹੀ 4 ਦੇ ਵਿੱਚੋਂ 2 ਆਪਸ਼ਨਾਂ ਦਾ ਸ਼ਾਰਟ ਵੈਸੇ ਹੀ ਕਰ ਲਓ, 2 ਆਪਸ਼ਨਾਂ ਦਾ ਵੈਸੇ ਹੀ ਘਟਾ ਲਓ। 2 ਆਪਸ਼ਨਾਂ ਕਿਵੇਂ ਘਟਾ ਲਈਆਂ ਸੀ? ਸਿਰਫ ਇੱਦਾਂ ਹੀ ਘਟਾ ਲਈਆਂ ਵੀ ਅਸੀਂ ਲੋਅਰ ਪਾਵਰ ਫੈਕਟਰ ਯੂਜ਼ ਕਰਨਾ। ਤਾਂ W1 ਤੇ W2 ਦੇ ਵਿੱਚ ਹੀ ਸੀਗਾ। W2 ਦੇ ਵਿੱਚ ਜਿਹੜਾ ਸੈਟਅਪ ਸੀਗਾ, W2 ਵਾਲਾ ਸੈਟਅਪ ਸੀਗਾ, ਇਹਦੇ ਵਿੱਚ ਐਮੀਟਰ ਕਿੰਨਾ ਸੀਗਾ? 5 ਐਂਪੀਅਰ ਵਾਲਾ। ਤਾਂ ਕਰਕੇ ਅਸੀਂ ਇਹ ਯਾਦ ਕਰ ਲਿਆ ਸੀ ਓਪਨ ਸਰਕਟ ਵਾਸਤੇ। ਹੁਣ ਕਰਨਾ ਰਹੇ ਸ਼ਾਰਟ ਸਰਕਟ ਵਾਸਤੇ। ਸ਼ਾਰਟ ਸਰਕਟ ਵਾਸਤੇ ਦੇਖੋ ਹਾਈ ਪਾਵਰ ਫੈਕਟਰ ਠੀਕ ਆ, ਇਹਨਾਂ ਦੋਨਾਂ 'ਚ ਇੱਕ ਆਊਗਾ। ਵੋਲਟੇਜ ਦੋਨਾਂ ਦੀ ਸੇਮ ਆ, ਇਹਦਾ ਮਤਲਬ ਜਿਹੜਾ ਕਿ ਸਾਨੂੰ ਰੇਟਡ ਕਰੰਟ ਦੇ ਦੂਗਾ ਉਹੀ ਅਸੀਂ ਵਾਟ ਮੀਟਰ ਯੂਜ਼ ਕਰਾਂਗੇ, ਉਹੀ ਅਸੀਂ ਐਮੀਟਰ ਯੂਜ਼ ਕਰਾਂਗੇ, ਉਹੀ ਸੈਟਅਪ ਯੂਜ਼ ਕਰਾਂਗੇ। ਤਾਂ ਹੁਣ ਅਸੀਂ ਦੇਖਣਾ ਹੈਗਾ ਜੀ ਸਾਡਾ ਸ਼ਾਰਟ ਸਰਕਟ ਟੈਸਟ। ਹੁਣ ਅਸੀਂ ਦੇਖਣਾ ਸ਼ਾਰਟ ਸਰਕਟ ਟੈਸਟ। ਸ਼ਾਰਟ ਸਰਕਟ ਜਿਹੜਾ ਸਾਡਾ ਟੈਸਟ ਹੋਊਗਾ ਉਸ ਵੇਲੇ ਅਸੀਂ ਪਹਿਲੀ ਗੱਲ ਤਾਂ ਹਾਈ ਪਾਵਰ ਫੈਕਟਰ ਵਾਟ ਮੀਟਰ ਚਾਹੀਦਾ ਹੈਗਾ। ਤਾਂ ਜਾਂ ਤਾਂ W3 ਹੋਊਗਾ ਜਾਂ W4 ਹੋਊਗਾ। ਵੋਲਟੇਜ ਦੋਨੇ ਵਾਟ ਮੀਟਰਾਂ ਦੀ ਸੇਮ ਆ ਗਈ, ਤਾਂ ਵੋਲਟੇਜ ਵਾਲਾ ਤਾਂ ਕੋਈ ਕੰਸੈਪਟ ਹੈ ਹੀ ਨਹੀਂ। ਇਹਦਾ ਮਤਲਬ ਕੰਸੈਪਟ ਰਹਿ ਕਾਹਦਾ ਗਿਆ? ਕੰਸੈਪਟ ਰਹਿ ਗਿਆ ਸਾਡਾ, ਕਾਹਦਾ ਰਹਿ ਗਿਆ ਰਾਜੇ? ਕੰਸੈਪਟ ਰਹਿ ਗਿਆ ਵੀ ਐਮੀਟਰ ਜਿਹੜਾ ਉਹਦੇ ਅੰਦਰ ਲੱਗਿਆ ਹੋਇਆ ਹੈਗਾ, ਜਿਹੜਾ ਰੇਟਡ ਕਰੰਟ ਹੈਗਾ, ਉਹ ਕਿੰਨਾ ਕੁ ਫਲੋ ਸਾਨੂੰ ਚਾਹੀਦਾ, ਕਿੰਨਾ ਕੁ ਹੈਗਾ। ਕਿਉਂਕਿ ਅਸੀਂ ਰੇਟਡ ਕਰੰਟ ਫਲੋ ਕਰਵਾਉਣਾ ਨਾ, ਸਾਡੇ ਵਾਟ ਮੀਟਰ ਵਿੱਚ ਦੀ ਕਰੰਟ ਵੀ ਤਾਂ ਰੇਟਡ ਲੰਘਣਾ ਚਾਹੀਦਾ। ਕਿਤੇ ਇਹ ਨਾ ਹੋਵੇ ਵੀ ਉਹਦਾ ਜਿਹੜਾ ਕਰੰਟ ਰੇਟਿੰਗ ਆ ਉਹ 5 ਐਂਪੀਅਰ ਹੋਵੇ ਅਤੇ ਰੇਟਡ ਕਰੰਟ 10 ਹੋਵੇ, ਸਾਡਾ ਵਾਟ ਮੀਟਰ ਫੁੱਕ ਜੇ, ਵਾਟ ਮੀਟਰ ਬਰਨ ਹੋ ਜੇ, ਸਾਡਾ ਖਰਾਬ ਹੋ ਜੇ। ਇਹ ਨਹੀਂ ਹੋਣਾ ਚਾਹੀਦਾ ਹੈ ਨਾ। ਤਾਂ ਅਸੀਂ ਕੱਢਣੇ ਆਂਗੇ ਸਭ ਤੋਂ ਪਹਿਲੀ ਗੱਲ ਜਿਹੜਾ ਸਾਡਾ ਟਰਾਂਸਫਾਰਮਰ ਆ ਬੱਚੇ। ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਟੈਸਟ ਕਿੱਧਰ ਪਰਫਾਰਮ ਕਰਾਂਗੇ ਅਸੀਂ? ਸ਼ਾਰਟ ਸਰਕਟ ਟੈਸਟ ਆ ਜਿਹੜਾ, ਸ਼ਾਰਟ ਸਰਕਟ ਕਿੱਧਰ ਪਰਫਾਰਮ ਕਰਨਾ ਅਸੀਂ? ਦੱਸੋਗੇ ਜੀ ਕਿੱਧਰ ਪਰਫਾਰਮ ਕਰਨਾ ਹੈਗਾ ਸ਼ਾਰਟ ਸਰਕਟ ਟੈਸਟ? ਸ਼ਾਰਟ ਸਰਕਟ ਟੈਸਟ ਸ਼ਾਰਟ ਕਰਨਾ ਹੁੰਦਾ ਕਿਹਨੂੰ? HV ਵਾਈਂਡਿੰਗ ਨੂੰ ਕਦੇ ਸ਼ਾਰਟ ਨਹੀਂ ਕਰਦੇ। ਸ਼ਾਰਟ ਕਿਹਨੂੰ ਕਰਦੇ ਆ? LV ਨੂੰ। ਅਤੇ ਪਰਫਾਰਮ ਕਿੱਧਰ ਕਰਦੇ ਆ ਰਾਜੇ? HV ਦੇ ਉੱਪਰ। ਇਹਦਾ ਮਤਲਬ HV ਦੇ ਅਸੀਂ ਰੇਟਡ ਕਰੰਟ ਪੜ੍ਹਾਂਗੇ ਉਹ ਤਾਂ HV ਦੇ ਉੱਪਰ ਹੀ ਪੜ੍ਹਾਂਗੇ ਨਾ। ਜੇ HV 'ਤੇ ਅਸੀਂ ਰੇਟਡ ਕਰੰਟ ਪੜ੍ਹਨਾ ਗਾ ਤਾਂ HV ਕਿਹੜੀ ਹੈਗੀ ਸਾਡੀ? ਆਹ ਤਾਂ 2000 ਕਿਵੇਂ ਕੱਢਦੇ ਹੁੰਦੇ ਆਪਾਂ KVA ਰੇਟਿੰਗ? KVA ਕੀ ਹੁੰਦੀ ਹੈ ਰਾਜੇ? KVA ਇਜ਼ ਇਕੁਅਲ ਟੂ V1 ਮਲਟੀਪਲਾਈ ਬਾਈ I1। ਤਾਂ I1 ਕਿਵੇਂ ਨਿਕਲੂਗਾ? KVA1 V1। ਤਾਂ KVA ਕਿੰਨੀ ਹੈ ਸਾਡੀ? 2000 ਡਿਵਾਈਡ ਬਾਈ V1 ਸਾਡਾ ਕਿੰਨਾ ਬੱਚੇ? 230। ਤਾਂ ਜਦੋਂ ਆਪਾਂ 200 ਨੂੰ ਡਿਵਾਈਡ ਕਰਾਂਗੇ 30 ਦੇ ਨਾਲ, ਇਹਨੂੰ ਕਰਕੇ ਦੇਖ ਲਓ ਜੇ 200 ਨੂੰ ਡਿਵਾਈਡ ਕਰਾਂਗੇ 30 ਨਾਲ, ਤਾਂ ਸਾਡੇ ਕੋਲ ਇਹ ਲਗਭਗ ਆ ਜਾਊਗਾ ਰਾਜੇ 6.6 ਐਂਪੀਅਰ। ਇੰਨਾ ਕਰੰਟ ਅਸੀਂ ਫਲੋ ਕਰਵਾਉਣਾ। ਕੀ ਇੰਨਾ ਕਰੰਟ ਫਲੋ ਜੇ ਅਸੀਂ 5 ਵਾਲੇ ਦੇ ਵਿੱਚ ਹੀ ਲੰਘਾਤਾ ਬੱਚੇ, ਇਹ ਬਚੂਗਾ? ਇਹ ਤਾਂ ਸੜ ਜੇਗਾ। ਤਾਂ ਇਹਦਾ ਮਤਲਬ ਸਾਡੇ ਕੋਲ 10 ਐਂਪੀਅਰ ਤਾਂ ਸਾਨੂੰ ਇਹ ਯੂਜ਼ ਕਰਨਾ ਪਊ, 10 ਐਂਪੀਅਰ ਵਾਲਾ। ਤਾਂ ਇਹਦਾ ਮਤਲਬ W3। ਤਾਂ ਓਪਨ ਸਰਕਟ ਪਹਿਲਾਂ ਲਿਖਿਆ ਹੋਇਆ, ਓਪਨ ਸਰਕਟ ਵਾਸਤੇ W2 ਕੀਤਾ ਹੈਗਾ, ਸ਼ਾਰਟ ਸਰਕਟ ਵਾਸਤੇ W3 ਕੀਤਾ। ਇੱਦਾਂ ਆਏਗਾ ਬੱਚੇ ਇਹ ਆਨਸਰ। ਦੇਖ ਲਓ ਇਹਨੂੰ ਚੰਗੀ ਤਰ੍ਹਾਂ, ਵੀਡੀਓ ਨੂੰ ਰਿਪੀਟ ਕਰਕੇ ਦੇਖ ਲਿਓ, ਠੀਕ ਹੈ। ਬੜਾ ਵਧੀਆ ਕੁਐਸਚਨ ਸੀਗਾ ਬੱਚੇ। ਲਾਸਟ ਰਾਜੇ ਆਹ ਦੇਖੋ, ਨੋਮੀਨਲ ਸ਼ਾਰਟ ਸਰਕਟ ਵੋਲਟੇਜ ਕੀ ਹੁੰਦੀ ਹੈਗੀ? ਤੁਹਾਨੂੰ ਕਿਹਾ ਸੀਗਾ ਵੀ ਟਰਾਂਸਫਾਰਮਰ ਦਾ ਅਸੀਂ ਸ਼ਾਰਟ ਸਰਕਟ ਕਰਦੇ ਹੁੰਦੇ ਆਂਗੇ ਇੱਦਾਂ, ਅਸੀਂ ਵੋਲਟੇਜ ਨੂੰ ਹੌਲੀ ਹੌਲੀ ਵਧਾਉਣਾ ਸ਼ੁਰੂ ਕਰਨਾ। ਕਦੋਂ ਵਧਾਉਣੋਂ ਹਟਣਾ? ਜਦੋਂ ਸਾਡੇ ਕੋਲ ਸੈਕੰਡਰੀ ਸਾਈਡ ਦੇ ਉੱਪਰ ਰੇਟਡ ਕਰੰਟ ਫਲੋ ਹੋ ਗਿਆ। ਜਦੋਂ ਸੈਕੰਡਰੀ ਸਾਈਡ ਦੇ ਉੱਪਰ ਰੇਟਡ ਕਰੰਟ ਫਲੋ ਹੋ ਗਿਆ ਉਦੋਂ ਅਸੀਂ ਵਧਾਉਣੋਂ ਹਟ ਜਾਣਾ। ਅਤੇ ਉਹ ਵੋਲਟੇਜ ਦੀ ਵੈਲਿਊ ਕਿੰਨੀ ਕੁ ਹੋਊਗੀ? ਕਿੰਨੀ ਵੋਲਟੇਜ ਨਾਲ, ਕਿੰਨੀ ਰਿਡਿਊਸਡ ਵੋਲਟੇਜ ਦੇ ਨਾਲ, ਸੈਕੰਡਰੀ ਸਾਈਡ ਦੇ ਉੱਪਰ I2 ਕਰੰਟ ਜਿਹੜਾ ਉਹ ਰੇਟਡ ਕਰੰਟ ਫਲੋ ਹੋਣ ਲੱਗ ਗਿਆ। ਉਸ ਵੋਲਟੇਜ ਨੂੰ, ਉਸ ਥੋੜ੍ਹੀ ਜਿਹੀ ਵੋਲਟੇਜ ਨੂੰ ਅਸੀਂ ਕੀ ਕਹਿੰਦੇ ਹੁੰਦੇ ਹੈਗੇ? ਨੋਮੀਨਲ ਸ਼ਾਰਟ ਸਰਕਟ ਵੋਲਟੇਜ। ਤਾਂ ਦੇਖ ਲਓ ਜੀ ਕੀ ਲਿਖਿਆ ਹੋਇਆ, ਕਹਿੰਦਾ ਵੋਲਟੇਜ ਅਕ੍ਰੋਸ ਪ੍ਰਾਇਮਰੀ ਟਰਮੀਨਲ ਵੈਨ ਸੈਕੰਡਰੀ ਟਰਮੀਨਲਸ ਆਰ ਸ਼ਾਰਟ ਸਰਕਟ। ਵੋਲਟੇਜ ਅਪੀਅਰਿੰਗ ਅਕ੍ਰੋਸ ਸੈਕੰਡਰੀ ਸਾਈਡ ਦੇ ਉੱਪਰ ਤਾਂ ਵੋਲਟੇਜ ਅਪੀਅਰ ਹੀ ਨਹੀਂ ਹੁੰਦੀ ਰਾਜੇ। ਪ੍ਰਾਇਮਰੀ ਵੋਲਟੇਜ ਵੈਨ ਸੈਕੰਡਰੀ ਆਰ ਸ਼ਾਰਟ ਸਰਕਟ ਐਂਡ ਰੇਟਡ ਕਰੰਟ ਫਲੋ ਥਰੂ ਦਾ ਪ੍ਰਾਇਮਰੀ ਵਾਈਂਡਿੰਗ। ਆਹ ਰਾਜੇ ਇਹ ਵੋਲਟੇਜ ਹੁੰਦੀ ਹੈ, ਕਿਹੜੀ ਵੋਲਟੇਜ ਹੁੰਦੀ ਹੈ? ਜਦੋਂ ਪ੍ਰਾਇਮਰੀ ਵੋਲਟੇਜ ਹੁੰਦੀ ਹੈਗੀ ਇਹ ਕਦੋਂ? ਜਦੋਂ ਸੈਕੰਡਰੀ ਟਰਮੀਨਲ ਸ਼ਾਰਟ ਹੋਣ ਅਤੇ ਰੇਟਡ ਕਰੰਟ ਫਲੋ ਹੋ ਰਿਹਾ ਹੋਵੇ ਕਿੱਧਰਲੇ ਪਾਸੇ? ਪ੍ਰਾਇਮਰੀ ਵਾਲੇ ਪਾਸੇ। ਤਾਂ ਸਾਡੀ ਜਿਹੜੀ ਆਪਸ਼ਨ ਹੈਗੀ ਬੱਚੇ ਕਿਹੜੀ ਬਣੂਗੀ? ਉਹ C ਬਣੂਗੀ। ਤਾਂ ਨੋਮੀਨਲ ਵੋਲਟੇਜ ਪਤਾ ਲੱਗ ਗਿਆ ਰਾਜੇ, ਜਿਹਦੀ ਕਿਸੇ ਨੇ ਲਿਖਣਾ ਗਾ ਲਿਖ ਲਓ। ਇਟ ਇਜ਼ ਦਾ ਪ੍ਰਾਇਮਰੀ ਵੋਲਟੇਜ ਵੈਨ ਸੈਕੰਡਰੀ ਸ਼ਾਰਟ ਸਰਕਟ ਐਂਡ ਰੇਟਡ ਕਰੰਟ ਫਲੋ ਦਾ ਪ੍ਰਾਇਮਰੀ ਵਾਈਂਡਿੰਗ। ਚਾਹੇ ਪ੍ਰਾਇਮਰੀ ਕਹਿ ਲਓ ਚਾਹੇ ਰਾਜੇ ਸੈਕੰਡਰੀ ਕਹਿ ਲਓ, ਕਿਉਂਕਿ ਦੋਨੇ ਸਾਈਡ ਆਪਣੀ ਰੇਟਡ ਹੀ ਫਲੋ ਹੋ ਰਹੀ ਹੋਊਗੀ। ਓਕੇ ਜੀ, ਠੀਕ ਹੈ ਬੱਚੇ। ਤਾਂ ਇਹੀ ਸੀਗੀ ਵੀਡੀਓ। ਜੇ ਕਿਸੇ ਨੇ ਕੁਝ ਪੁੱਛਣਾ ਹੋਇਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਸਕਦੇ ਹੋ। ਕਿਸੇ ਨੇ ਪੂਰਾ ਕੋਰਸ ਕਰਨਾ ਹੋਵੇ, ਕਿਉਂਕਿ PSPCL ਅਤੇ TCL ਦੀਆਂ ਪੋਸਟਾਂ ਆ ਚੁੱਕੀਆਂ ਨੇਗੀਆਂ, ਕਿਸੇ ਨੇ ਪੂਰਾ ਕੋਰਸ ਕਰਨਾ ਹੋਵੇ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕਮੈਂਟ ਕਰ ਸਕਦਾ। ਤੁਹਾਨੂੰ ਆਪਣੇ ਆਪ ਅਸੀਂ ਕੰਟੈਕਟ ਕਰ ਲਾਂਗੇ, ਠੀਕ ਹੈ ਜੀ। ਥੈਂਕ ਯੂ ਬੱਚੇ, ਥੈਂਕ ਯੂ ਵੈਰੀ ਮੱਚ।